ਆ ਵਰਡ ਯੂਜ਼ ਕਰ ਰਿਹਾ ਕਿ ਲਾਨਤ ਹੈ ਗੁਰੂ ਘਰ ਦੇ ਕੈਂਡੀਡੇਟਸ ਉੱਤੇ ਔਰ ਲਾਨਤ ਹੈ ਉਹ ਸਾਰੀ ਪਾਰਟੀਆਂ ਤੇ ਜਿਹੜੀ ਸ਼ਰਾਬ ਦੇ ਬੇਸ ਤੇ ਨਸ਼ੇ ਦੇ ਬੇਸ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਿੱਚ ਕਾਬਜ਼ ਹੋਣਾ ਚਾਹੁੰਦੇ ਨੇ। ਇੱਕ ਮੈਂ ਹਮੇਸ਼ਾ ਲਾਈਨ ਕਹਿੰਦਾ ਹੁੰਦਾ ਕਿ ਖਾਸ ਤੌਰ ਤੇ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ, ਇਹ ਮੈਨੇਜਰਸ ਨੇ, ਇਹ ਲੀਡਰ ਨਹੀਂ ਨੇ। ਮੈਨੇਜਰ ਨੂੰ ਅਸੀਂ ਲੀਡਰ ਸਮਝ ਬੈਠੇ ਹਾਂ, ਇਹ ਸਾਡੀ ਬਹੁਤ ਵੱਡੀ ਗਲਤੀ ਹੈ। ਔਰ ਇਹ ਲੋਕ ਤਾਂ ਵੈਸੇ ਵੀ ਇੱਕ ਦੂਜੇ ਨੂੰ ਇੰਨੀ ਅੱਛੀ ਤਰ੍ਹਾਂ ਜਾਣਦੇ ਨੇ। ਜਿਹੜਾ ਕੱਲ ਬਾਦਲ ਸਾਹਿਬ ਦੇ ਗਰੁੱਪ ਤੋਂ ਲੜ ਰਿਹਾ ਸੀ, ਕੱਲ ਰਾਤੀ ਗਾਲ ਕੱਢ ਰਿਹਾ ਸੀ, ਸਵੇਰੇ ਉਹਨੇ ਸਦਨਾ ਸਾਹਿਬ ਦਾ ਸਰੋਪਾ ਪਾਇਆ ਹੋਇਆ, ਤੇ ਉਹਨੇ ਸਦਨਾ ਸਾਹਿਬ ਦਾ ਸਰੋਪਾ ਪਾਇਆ ਸੀ, ਉਹਨੇ ਮਨਜੀਤ ਜੀ ਕੇ ਦਾ ਸਰੋਪਾ ਪਾਇਆ, ਮਤਲਬ ਸਰੋਪਾ ਨਹੀਂ ਸੌਰੀ ਉਹ ਬੈਨਰ ਵਾਲਾ ਪਾਇਆ। ਸੋ ਪਰ ਵਾਕਈ ਯਾਰ ਬੜਾ ਔਖਾ ਇਹ ਕਿਵੇਂ ਚੋਰੀ ਕਰ ਲੈਂਦੇ ਨੇ। ਬੜਾ ਤਗੜਾ ਜ਼ਮੀਰ ਹੈ, ਜ਼ਮੀਰ ਨਹੀਂ ਕਹਾਂਗਾ, ਬੜੀ ਢੀਠ ਲੋਕ ਨੇ। ਗੁਰੂ ਘਰ ਦੀ ਗੋਲਕ ਖਾ ਲੈਣਗੇ, ਹੱਸ ਲੈਣਗੇ, ਪੈਸੇ ਖਾ ਲੈਣਗੇ, ਸ਼ਰਾਬ ਵੀ ਪੀ ਲੈਣਗੇ। ਸੋ ਮੁਸ਼ਕਿਲ ਹੈ। ਕੋਈ ਟਾਈਮ ਹੁੰਦਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਨੂੰ ਮਿਲਣ ਲਈ ਇੰਡੀਆ ਦਾ ਪ੍ਰਾਈਮ ਮਿਨਿਸਟਰ ਟਾਈਮ ਮੰਗਦਾ ਸੀ। ਅੱਜ ਸਾਡੇ ਜਥੇਦਾਰ ਸੋ ਕਾਲਡ ਚੀਫ ਮਿਨਿਸਟਰ ਦੇ ਪੈਰਾਂ 'ਚ ਡਿੱਗਦੇ ਨਜ਼ਰ ਆਉਂਦੇ ਨੇ। ਪਾਤਸ਼ਾਹੀ ਬਖਸ਼ੀ ਸੀ, ਦਸਮ ਪਿਤਾ ਨੇ ਨੌਕਰ ਬਣ ਗਏ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਾਰੇ ਜਾਣਦੇ ਹੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 25 ਅਪ੍ਰੈਲ ਨੂੰ ਹੋਣ ਜਾ ਰਹੀਆਂ ਨੇ। ਜਿਹੜੀ ਡੇਟ ਹੈ ਉਹ ਬਹੁਤ ਨਜ਼ਦੀਕ ਹੈ। ਸਾਡੇ ਨਾਲ ਗੱਲਬਾਤ ਕਰਨ ਲਈ ਸਰਦਾਰ ਤਜਿੰਦਰਪਾਲ ਸਿੰਘ ਜੀ ਨਲਵਾ ਮੌਜੂਦ ਹਨ, ਜਿਹੜੇ ਕਿ ਪੰਥਕ ਅਕਾਲੀ ਲਹਿਰ ਤੋਂ ਜਨਰਲ ਸੈਕਟਰੀ ਵੀ ਹਨ। ਆਓ ਵੀਰ ਜੀ ਨਾਲ ਗੱਲਬਾਤ ਕਰੀਏ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵੀਰ ਜੀ ਸਵਾਗਤ ਹੈ ਆਪ ਜੀ ਦਾ ਸਾਡੇ ਚੈਨਲ ਵਿੱਚ ਗੁਫ਼ਤਗੂ। ਤੇ ਵੀਰ ਜੀ, ਸਭ ਤੋਂ ਪਹਿਲੀ ਜਿਹੜਾ ਕੁਐਸਚਨ ਮਨ ਵਿੱਚ ਆਉਂਦਾ ਹੈ, ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਇਸ ਵਾਰੀ ਇਲੈਕਸ਼ਨ ਜਿਹੜਾ ਕੰਟੈਸਟ ਕਰ ਰਹੀਆਂ ਨੇ, ਇਸ ਵਾਰੀ ਬਹੁਤ ਸਾਰੀ ਪਾਰਟੀਆਂ ਨੇ, ਤੇ ਹਰ ਵਾਰੀ ਜਿਹੜੀ ਮੇਨ ਪਾਰਟੀ ਹੈ ਉਹ 1 2 3 ਹੀ ਰਹਿ ਜਾਂਦੀਆਂ ਨੇ। ਤੇ ਕੀ ਲੋੜ ਤੁਹਾਨੂੰ ਲੱਗਦੀ ਹੈ ਕਿ ਨਵੀਂ ਪਾਰਟੀ ਨੂੰ ਅੱਗੇ ਆਉਣ ਦੀ, ਇੱਕ ਨਵੀਂ ਪਾਰਟੀ ਬਣਾ ਕੇ ਚੋਣ ਲੜਨ ਦੀ ਇਸ ਵਾਰੀ ਕੀ ਲੋੜ ਆਪ ਜੀ ਨੂੰ ਮਹਿਸੂਸ ਹੋ ਰਹੀ ਸੀ? ਇਹ ਪਾਰਟੀ ਡੈਫੀਨੇਟਲੀ 6 ਮਹੀਨੇ ਪਹਿਲੇ ਜ਼ਿਆਦਾ ਐਕਟਿਵ ਹੋਈ ਹੈ, ਨਵੀਂ ਨਹੀਂ ਹੈ। ਕਿਉਂਕਿ ਇਹਦੇ ਕੌਮੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਜੀ, ਜਥੇਦਾਰ ਅਕਾਲ ਤਖਤ ਸਾਹਿਬ, ਉਹ ਕਾਫੀ ਸਾਲਾਂ ਤੋਂ ਇਹ ਕੰਮ ਕਰ ਰਹੇ ਨੇ। ਅਗਰ ਮੈਂ ਪਰਸਨਲ ਲੈਵਲ 'ਤੇ ਸ਼ਮੂਲੀਅਤ ਕਰਾਂ ਤੇ ਇਸ ਦੀ ਸੋਚ ਜਿਹੜੀ ਸੀ ਇਸ ਕੰਮ ਦੀ 2 ਤੋਂ 2.5 ਸਾਲ ਪਹਿਲੇ ਪੈਦਾ ਹੋਈ ਸੀ, ਲੇਕਿਨ ਕੁਝ ਉਸ ਵੇਲੇ ਅਸੀਂ ਕਰ ਨਹੀਂ ਪਾਏ। ਕੁਝ ਲੋਕਾਂ ਦਾ ਜਿਹੜਾ ਪਹਿਲੇ ਇਨੀਸ਼ੀਅਲ ਸਪੋਰਟ ਸੀ ਉਹ ਬਾਅਦ ਵਿੱਚ ਨਹੀਂ ਰਿਹਾ। ਅਸੀਂ ਹਾਲੇ ਵੀ ਟਾਈਮ ਸਾਨੂੰ ਨਹੀਂ ਮਿਲਿਆ, ਸਾਨੂੰ ਸਿਰਫ 5 ਮਹੀਨੇ ਮਿਲੇ ਅਗਰ ਧਿਆਨ ਨਾਲ ਦੇਖੀਏ ਤੇ। 5 ਮਹੀਨਿਆਂ ਵਿੱਚ ਮੈਂ ਨਹੀਂ ਸਮਝਦਾ ਕਿ 50 ਸਾਲ ਪੁਰਾਣੇ ਜਾਂ 40 ਸਾਲ ਪੁਰਾਣੇ ਕਰਪਟ ਸਿਸਟਮ ਨੂੰ ਚੇਂਜ ਕਰਨਾ ਇੰਨਾ ਆਸਾਨ ਹੋਏਗਾ। ਪੰਥਕ ਅਕਾਲੀ ਲਹਿਰ, ਜਿਵੇਂ ਕਿ ਨਾਮ ਦਰਸਾਉਂਦਾ ਹੈ, ਸਿਰਫ ਚੋਣਾਂ ਜਿੱਤ ਲੈਣਾ ਸਾਡਾ ਏਮ ਨਹੀਂ ਹੈ। ਔਰ ਇਹਦੇ ਵਿੱਚ ਮੈਂ ਗੱਲ ਬਿਲਕੁਲ ਸਾਫ਼ ਤੌਰ 'ਤੇ ਕਹਿਦਾ ਕਿ ਮੈਂ ਖੁਦ, ਭਾਵੇਂ ਮੈਨੂੰ ਸੰਗਤ ਨੇ ਜਨਰਲ ਸੈਕਟਰੀ ਜਾਂ ਪਾਰਟੀ ਨੇ ਮੈਨੂੰ ਬਣਾਇਆ, ਮੈਂ ਇਸ ਗੱਲ ਬਾਰੇ ਬੜਾ ਕਲੀਅਰ ਹਾਂ ਕਿ ਜਿਹੜਾ ਕੌਮ ਦੀ ਸੇਵਾ ਕਰੇਗਾ ਸੰਗਤ ਉਹਨੂੰ ਵੋਟ ਪਾਵੇ। ਜਿਹੜਾ ਕਰਪਟ ਨਾ ਹੋਵੇ, ਜਿਹੜਾ ਸ਼ਰਾਬ ਵੰਡ ਕੇ, ਸ਼ਰਾਬ ਖਰੀਦ ਕੇ ਵੋਟ ਪਾਵੇ, ਉਹ ਵੀ ਉਨਾ ਹੀ ਗੁਨੇਗਾਰ ਹੈ, ਜਾਂ ਸ਼ਰਾਬ ਲੈ ਕੇ ਵੋਟ ਪਾਵੇ। ਤੁਸੀਂ ਸਾਰਾ ਦੋਸ਼ ਲੀਡਰਾਂ ਨੂੰ ਨਾ ਦਿਓ। ਜਿਹੜੇ ਸ਼ਰਾਬ ਪੀ ਕੇ, ਸ਼ਰਾਬ ਦੀਆਂ ਪੇਟੀਆਂ ਲੈ ਕੇ, ਪੈਸੇ ਖਾ ਕੇ ਵੋਟ ਪਾਉਂਦੇ ਨੇ, ਐਟਲੀਸਟ ਘੱਟੋ ਘੱਟ ਜਿਹੜੇ ਨਸ਼ੇ ਲੈ ਕੇ ਵੋਟ ਪਾਉਂਦੇ ਨੇ, ਉਹ ਹੀ ਕਾਰਨ ਬਣਦੇ ਨੇ ਗਲਤ ਕਮੇਟੀਆਂ ਦਾ ਕਾਬਜ਼ ਹੋਣਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਗੁਰੂ ਸਾਹਿਬ ਦੇ ਸਥਾਨਾਂ ਦੇ ਵਜ਼ੀਰਾਂ ਨੂੰ ਚੁਣਨ ਦੀ ਕਵਾਇਦ ਹੀ ਅਗਰ ਸ਼ਰਾਬ ਦੇ ਬੇਸ 'ਤੇ ਹੋਏਗੀ, ਤਾਂ ਤੁਸੀਂ ਲੀਡਰਾਂ ਤੋਂ ਕੀ ਐਕਸਪੈਕਟ ਕਰੋਗੇ ਕਿ ਉਹ ਗੋਲਕ ਨਹੀਂ ਖਾਣਗੇ, ਉਹ ਟੀਚਰਾਂ ਦੀ ਭਰਤੀ ਵਿੱਚ ਪੈਸੇ ਨਹੀਂ ਲੈਣਗੇ, ਉਹ ਸਟੂਡੈਂਟਸ ਨੂੰ ਐਡਮਿਸ਼ਨ ਕਰਾਉਣ ਵੇਲੇ ਪੈਸੇ ਨਹੀਂ ਖਾਣਗੇ। ਮੈਂ ਇੱਕ ਸਿੰਪਲ ਜਿਹਾ ਐਗਜ਼ਾਮਪਲ ਦੇ ਦਿੰਦਾ। ਇੱਕ ਇਲਾਕੇ ਦਾ
ਕੈਂਡੀਡੇਟ ਜਾਂਦਾ ਹੈ, ਉਹਦੇ ਨਾਲ ਉਹਦੇ 6 ਸੋ ਕਾਲਡ ਫੋਲੋਅਰ ਹੈਗੇ ਨੇ, ਉਹਨੂੰ ਵੋਟਾਂ ਦਿਵਾਉਂਦੇ ਨੇ, ਅੱਗੇ ਉਹ 25-25 30 ਹਜ਼ਾਰ ਦੀ ਸ਼ਰਾਬ ਵੰਡਦੇ ਨੇ ਆਪਣੇ ਇਲਾਕਿਆਂ 'ਚ ਫੋਰ ਐਗਜ਼ਾਮਪਲ। ਜਾਂ ਤੇ ਉਹਨਾਂ ਦਾ ਉਹ ਫਿਰ ਕੀ ਕਰਦੇ ਨੇ, ਜਦ ਇਹ ਵਾਲਾ ਮੈਂਬਰ ਕਾਬਜ਼ ਹੋ ਜਾਂਦਾ ਹੈ, ਇਹਨੂੰ ਕਈ ਵਾਰੀ ਮਜਬੂਰਨ ਵਿਕਣਾ ਪੈਂਦਾ ਕੋਈ ਅਹੁਦਾ ਲੈਣ ਲਈ, ਕਿਉਂਕਿ ਅਗਲੇ ਹੀ ਸਾਲ ਐਡਮਿਸ਼ਨਾਂ ਹੋਣੀਆਂ ਹੁੰਦੀਆਂ ਨੇ, ਜਿਹਦੇ 'ਚ ਉਹ ਜਿਹੜੇ 6-8 ਸਪੋਰਟਰ ਨੇ ਉਹ 25-25 30 ਹਜ਼ਾਰ 50 ਹਜ਼ਾਰ ਜਿਨ੍ਹਾਂ ਨੇ ਖਰਚਿਆ ਹੁੰਦਾ ਉਹ ਕਮਾਉਣ ਦੇ ਚੱਕਰ ਵਿੱਚ ਆਉਂਦੇ ਨੇ। ਸੋ ਬੇਸਿਕਲੀ ਤੁਹਾਡੀ ਪੈਸਿਆਂ ਨਾਲ ਹੀ ਤੁਹਾਨੂੰ ਸ਼ਰਾਬ ਦਿੱਤੀ ਜਾਂਦੀ ਹੈ। ਇਹ ਗੱਲ ਮੈਂ ਜਾਣ ਕੇ ਬਾਰ-ਬਾਰ ਸ਼ਰਾਬ ਵਰਡ ਯੂਜ਼ ਕਰ ਰਿਹਾ ਕਿ ਲਾਨਤ ਹੈ ਗੁਰੂ ਘਰ ਦੇ ਕੈਂਡੀਡੇਟਸ ਉੱਤੇ, ਔਰ ਲਾਨਤ ਹੈ ਉਹ ਸਾਰੀ ਪਾਰਟੀਆਂ ਤੇ ਜਿਹੜੀ ਸ਼ਰਾਬ ਦੇ ਬੇਸ ਤੇ, ਨਸ਼ੇ ਦੇ ਬੇਸ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਿੱਚ ਕਾਬਜ਼ ਹੋਣਾ ਚਾਹੁੰਦੇ ਨੇ। ਇਸ ਤੋਂ ਜ਼ਿਆਦਾ ਸ਼ਰਮਸਾਰ ਕੀ ਹੋਏਗਾ ਕਿ ਦਸਮ ਪਿਤਾ ਦੇ ਤੁਸੀਂ ਪਹਿਰੇਦਾਰ ਹੋਵੋ ਔਰ ਨਸ਼ੇ ਵੰਡ ਕੇ ਔਰ ਨਸ਼ੇ ਇਸਤੇਮਾਲ ਕਰਕੇ ਜੇ ਕਾਬਜ਼ ਹੋਗੇ ਤੇ ਤੁਸੀਂ ਭੁੱਲ ਜਾਓ ਕਿ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੋਈ ਬਹੁਤ ਵੱਡਾ ਸੁਧਾਰ ਲਿਆ ਸਕਦੇ ਹੋ। ਤੇ ਵੀਰ ਜੀ ਇੱਥੇ ਇੱਕ ਗੱਲ ਇਹ ਵੀ ਆਉਂਦੀ ਹੈ ਕਿ ਜਿਸ ਤਰ੍ਹਾਂ ਪੰਥਕ ਅਕਾਲੀ ਲਹਿਰ ਜਿਹੜੀ ਇੱਕ ਪਾਰਟੀ ਹੈ, ਜਦੋਂ ਉਹ ਆਪਣੇ ਕੈਂਡੀਡੇਟਸ ਚੁਣੇਗੀ ਜਾਂ ਫਿਰ ਜਿਹੜੇ ਤੁਸੀਂ ਇੰਟਰਨਲੀ ਚੁਣ ਰਹੇ ਹੋਗੇ ਜਾਂ ਫਿਰ ਲਿਸਟ ਬਣਾ ਰਹੇ ਹੋਗੇ, ਤੁਸੀਂ ਕੀ ਉਹਦੇ ਵਿੱਚ ਦੇਖ ਰਹੇ ਹੋ, ਕਿਸ ਤਰ੍ਹਾਂ ਟਿਕਟਸ ਆਪਣੀ ਦੋਗੇ ਤੇ ਕਿਸ ਤਰ੍ਹਾਂ ਦਾ ਅੱਗੇ ਜਿਹੜਾ ਪ੍ਰੋਸੈਸ ਹੈ ਉਹ ਰਹੇਗਾ? ਜਦ ਇਹ ਸ਼ੁਰੂਆਤ ਹੋਈ ਸੀ ਤੇ ਸਾਡਾ ਕ੍ਰਾਈਟੇਰੀਆ ਜਿਹੜਾ ਪਾਰਟੀ ਨੇ ਚੁਣਿਆ ਸੀ ਉਹ ਇਹ ਸੀ ਕਿ ਸੰਗਤ ਕੈਂਡੀਡੇਟ ਦੇਵੇ। ਉਹਦਾ ਕਾਰਨ ਹੁੰਦਾ, ਦੇਖੋ ਜੇ ਤੁਸੀਂ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਕੈਂਡੀਡੇਟ ਦੇ ਦਿੰਦਾ ਵੀ ਤੁਸੀਂ ਰੋਹਿਣੀ ਤੋਂ ਲੜੋਗੇ, ਹੁਣ ਸੰਗਤ ਤੁਹਾਨੂੰ ਉੱਥੇ ਜਾਣਦੀ ਨਹੀਂ ਕਿਉਂਕਿ ਤੁਸੀਂ ਮੇਰੇ ਨੇੜੇ ਰਹੇ ਹੋ, ਤੁਸੀਂ ਮੇਰੇ ਦੋਸਤਾਂ ਦੇ ਜਾਣਕਾਰ ਹੋ ਤੇ ਮੈਂ ਤੁਹਾਨੂੰ ਟਿਕਟ ਦੇ ਦਿੱਤੀ, ਤੇ ਕੱਲ ਤੁਸੀਂ ਸੰਗਤ ਨੂੰ ਜਵਾਬ ਦੇ ਨਹੀਂ ਹੋਗੇ, ਤੁਸੀਂ ਸਿਰਫ ਮੈਨੂੰ ਜਵਾਬ ਦਿਓਗੇ, ਫਿਰ ਤੁਹਾਡੇ ਤੇ ਕੋਈ ਬੰਦਿਸ਼ ਨਹੀਂ ਹੋਏਗੀ। ਜੇ ਸੰਗਤ ਕੈਂਡੀਡੇਟ ਚੁਣੇਗੀ ਤੇ ਕੱਲ ਉਹ ਸੰਗਤ ਦੀ ਜਾਣ ਜੋਗਾ ਨਹੀਂ ਰਹੇਗਾ। ਜਿਵੇਂ ਫਾਰ ਐਗਜ਼ਾਮਪਲ ਅਗਰ ਅਸੀਂ ਗੱਲਾਂ ਕਰੀਏ 2-4 ਕੌਂਸਟੀਚੁਐਂਸੀਜ਼ 5 ਕੌਂਸਟੀਚੁਐਂਸੀ ਦੇ ਅੰਦਰ ਜਦ ਅਸੀਂ ਇੰਟਰਨਲੀ ਸ਼ੁਰੂ ਕੀਤਾ ਕ੍ਰਾਈਟੇਰੀਆ ਤੇ ਅਸੀਂ ਸੰਗਤ ਕੋਲ ਹੀ ਕੈਂਡੀਡੇਟ ਮੰਗ ਰਹੇ ਹਾਂ। ਸੰਗਤ ਕੈਂਡੀਡੇਟ ਧੀਰੇ ਧੀਰੇ ਆਪਣਾ ਚੁਣੇ। ਸੰਗਤ ਨੂੰ ਇਹ ਰਿਕੁਐਸਟ ਕੀਤੀ ਜਾਂਦੀ ਹੈ ਵੀ ਕੀਰਤੀ ਸਿੱਖ ਹੋਵੇ। ਹੁਣ ਤੁਸੀਂ ਅੱਜ ਸੰਡੇ ਦੇ ਦਿਨ ਅਸੀਂ ਇੰਟਰਵਿਊ ਲੈ ਰਹੇ ਹਾਂ, ਮੈਂ ਵੀ ਮੰਡੇ ਤੋਂ ਸੈਟਰਡੇ ਕੰਮ ਕਰਦਾ, ਗੁਰੂ ਸਾਹਿਬ ਦੀ ਕਿਰਪਾ ਕੀਰਤੀ ਸਿੱਖ ਤੁਸੀਂ ਵੀ ਹੋ ਮੈਂ ਵੀ ਹਾਂ, ਤੇ ਅਸੀਂ ਨਾ ਕਦੀ ਫਾਲਤੂ ਦੀ ਕਮਿਟਮੈਂਟ ਨਹੀਂ ਕਰਾਂਗੇ ਸੰਗਤ ਨਾਲ। ਅਸੀਂ ਸੰਗਤ ਨੂੰ ਇਹ ਨਹੀਂ ਕਹਾਂਗੇ ਕਿ ਜੀ ਅਸੀਂ ਨੌਕਰੀਆਂ ਲਵਾ ਦਾਂਗੇ, ਅਸੀਂ ਕਾਬਲ ਬਣਾਈਏ ਬੱਚੇ ਕਿ ਨੌਕਰੀਆਂ ਉਹਨਾਂ ਦੇ ਘਰ ਆਉਣ। ਹਮੇਸ਼ਾ ਨਲਾਇਕ ਦੀ ਸਿਫਾਰਿਸ਼ ਹੁੰਦੀ ਹੈ, ਸਿਆਣੇ ਦੀ ਸਿਫਾਰਿਸ਼ ਨਹੀਂ ਹੁੰਦੀ। ਇਸ ਕਰਕੇ ਸੰਗਤ ਹੀ ਕ੍ਰਾਈਟੇਰੀਆ ਹੋਏਗੀ ਕੈਂਡੀਡੇਟ ਚੁਣਨ ਦਾ। ਉਹਦੇ ਵਿੱਚ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ, ਔਰ ਅੰਮ੍ਰਿਤਧਾਰੀ ਸਿਰਫ ਸਰੀਰ ਨੇ ਅੰਮ੍ਰਿਤ ਨਾ ਛਕਿਆ ਹੋਏ, ਸੋਚ ਨੇ ਅੰਮ੍ਰਿਤ ਛਕਿਆ। ਸਿਰਫ ਬਾਣੇ ਨਾਲ ਸਿੱਖ ਨਹੀਂ ਹੋਣੇ ਚਾਹੀਦੇ, ਅੰਦਰ ਵੀ ਸਿੱਖ ਚਾਹੀਦੇ ਨੇ। ਦੂਜਾ ਕ੍ਰਾਈਟੇਰੀਆ ਇਹ ਹੈਗਾ ਕਿ ਜਿਵੇਂ ਮੈਂ ਦੱਸਿਆ ਕੀਰਤੀ ਸਿੱਖ ਹੋਵੇ, ਅੰਮ੍ਰਿਤ ਛਕਿਆ ਹੋਵੇ, ਕੋਈ ਕ੍ਰਿਮੀਨਲ ਰਿਕਾਰਡ ਨਾ ਹੋਵੇ, ਕੋਈ ਲੈਂਡ ਗ੍ਰੈਬਿੰਗ ਦਾ, ਪੁਰਾਣੇ ਫੰਡਸ ਖਾਣ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਕਿਸੇ ਤਰ੍ਹਾਂ ਦੇ ਨਾਲ ਉਹਨਾਂ ਦੀ ਸਮੂਲੀਅਤ ਨਾ ਹੋਵੇ ਕਿ ਉਹ ਕਰਪਸ਼ਨ ਦਾ ਇੱਕ ਹਿੱਸਾ ਰਹੇ ਨੇ ਡਾਇਰੈਕਟਲੀ ਔਰ ਇਨਡਾਇਰੈਕਟਲੀ। ਕੁਝ ਲੋਕ ਕਹਿੰਦੇ ਨੇ ਜੀ ਫਲਾਣਾ ਜੀ ਪ੍ਰਧਾਨ ਸੀ ਉਹ ਆਪ ਕਰਪਟ ਨਹੀਂ ਸੀ। ਨਹੀਂ, ਤੁਸੀਂ ਜਦ ਗੁਰੂ ਦੇ ਕਮੇਟੀ ਦੇ ਪ੍ਰਧਾਨ ਬਣਾ ਦਿੱਤੇ ਗਏ, ਸਮਝ ਲਓ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੱਲ ਪ੍ਰਧਾਨ ਬਣ ਜਾਂਦਾ, ਹਾਈਪੋਥੈਟਿਕਲੀ ਸਪੀਕਿੰਗ, ਮੇਰੀ ਨਾ ਮੈਂ ਇਲੈਕਸ਼ਨ ਲੜ ਰਿਹਾ ਤੇ ਨਾ ਮੇਰੀ ਕੋਈ ਮਨਸ਼ਾ ਜੀ ਬਈ ਇਸ ਮੈਸੇਜ ਨੂੰ ਕੋਈ ਲੋਕ ਗਲਤ ਲੈ ਲੈਣਗੇ ਤੇ ਮੈਂ ਕਲੀਅਰ ਕਰ ਦੇਵਾਂ। ਲੇਕਿਨ ਅਗਰ ਮੇਰੇ ਨਾਲ ਦਾ ਮੈਂਬਰ ਜਾਂ ਜਨਰਲ ਸੈਕਟਰੀ ਸਬਜ਼ੀ ਖਰੀਦਦਾ ਹੈ ਔਰ ਸਬਜ਼ੀ ਦੀ ਖਰੀਦ ਵਿੱਚ ਕਮਿਸ਼ਨ ਖਾ ਜਾਂਦਾ ਹੈ, ਗੁਰਦੁਆਰਾ ਗੁਰੂ ਘਰ ਦੀ ਆਟਾ ਖਰੀਦਦਾ ਉਹਦੇ 'ਚ ਖਾ ਜਾਂਦਾ, ਟਿਓਟਾ ਇਨੋਵਾ ਖਰੀਦਦਾ ਉਹਦੇ 'ਚ ਖਾ ਜਾਂਦਾ। ਇੱਥੋਂ ਤੱਕ ਹੀ ਹੁੰਦਾ ਹੈ ਸਿਸਟਮ ਕਿ ਜਿਵੇਂ ਬੈਂਕ ਦੇ ਅੰਦਰ ਜਿਵੇਂ ਗੁਰਦੁਆਰੇ ਦੀ ਗੋਲਕ ਆਈ, ਤੁਸੀਂ ਕਰਪਟ ਨਹੀਂ ਹੈਗੇ ਜੀ, ਹਾਂਜੀ ਨਹੀਂ ਕਰਪਟ ਨਹੀਂ ਹੈਗੇ, ਤੁਸੀਂ ਜਾਣ ਕੇ ਸਾਰੇ ਸਕੂਲਾਂ ਔਰ ਆਪਣੇ ਗੁਰੂ ਘਰਾਂ ਦੇ ਪੈਸੇ ਇੱਕੋ ਬੈਂਕ ਨੂੰ ਦੇ ਦਿੰਦੇ ਹੋ ਕਰੋੜਾਂ ਰੁਪਏ 'ਚ, ਤੇ ਉਹ ਬੈਂਕ ਮੈਨੇਜਰ ਤੁਹਾਡੇ ਤੋਂ ਓਬਲਾਈਜ਼ ਹੋ ਜਾਂਦਾ। ਤੁਸੀਂ ਫਿਰ ਉਹਨਾਂ ਦੀ ਓਵਰਡਰਾਫਟ ਲਿਮਿਟਸ ਆਪਣੇ ਬਿਜ਼ਨਸ ਵਾਸਤੇ ਲੈ ਲੈਂਦੇ ਹੋ, ਤੇ ਇਟਸ ਆਲਸੋ ਐਨ ਇਨਡਾਇਰੈਕਟ ਕਰਪਸ਼ਨ। ਤੁਸੀਂ ਸਿੱਧੇ ਪੈਸੇ ਨਹੀਂ ਲੈ, ਮੰਨ ਲਿਆ ਗੋਲਕ 'ਚੋਂ ਪੈਸੇ ਤੁਸੀਂ ਇਸ ਤਰ੍ਹਾਂ ਕੱਢ ਕੇ ਨਹੀਂ ਖਾਦੇ, ਤੁਸੀਂ ਰਾਗੀ ਨੂੰ ਪ੍ਰਾਈਮ ਟਾਈਮ ਦੇਣ ਦੀ ਕਮਿਸ਼ਨਾਂ ਨਹੀਂ ਖਾਦੀਆਂ, ਤੁਸੀਂ ਕਥਾਵਾਚਕਾਂ ਨੂੰ ਪ੍ਰਾਈਮ ਟਾਈਮ ਦੇ ਕੇ ਪੈਸੇ ਨਹੀਂ ਖਾਦੇ, ਮੰਨ ਲਿਆ, ਪਰ ਤੁਸੀਂ 4 ਜਾਂ 5 ਇਨਕਮ ਟੈਕਸ
ਆਫੀਸਰ ਦੇ ਬੱਚਿਆਂ ਨੂੰ ਐਡਮਿਸ਼ਨਾਂ ਦੇ ਕੇ ਇਨਡਾਇਰੈਕਟਲੀ ਓਬਲਾਈਜ ਕਰਕੇ ਆਪਣੀਆਂ ਫਾਈਲਾਂ ਬਚਾ ਲੀਆਂ। ਜੀ ਉਹ ਵੀ ਕਰਪਸ਼ਨ ਹੈ। ਗੱਲ ਬੜੀ ਸਿੱਧੀ ਹੈ। ਗੁਰੂ ਘਰ ਦੀ ਸੇਵਾ ਕਰਨ ਜਾਏ ਜਦ ਤੁਸੀਂ ਜਾਂਦੇ ਹੋ ਤੇ ਕਿਆ ਤੁਸੀਂ ਕਰਦੇ ਹੋ ਕਿ ਮੈਂ ਕਦੀ ਅੱਜ ਤੱਕ ਕਿਸੇ ਪ੍ਰਧਾਨ ਸਕੱਤਰ ਨੂੰ ਨਾ ਟਾਇਲਟ ਦੀ ਸੇਵਾ ਕਰਦੇ ਨਹੀਂ ਦੇਖਿਆ। ਉਹ ਸੇਵਾ ਵੀ ਉੱਥੇ ਕਰਦੇ ਨੇ ਜਿੱਥੇ ਟੀਵੀ ਚੈਨਲ ਹੋਣ, ਮੀਡੀਆ ਵਾਲੇ ਲੋਕ ਹੋਣ, ਅਖਬਾਰ 'ਚ ਫੋਟੋ ਛਪਦੀ ਹੋਵੇ। ਹੁਣ ਤੁਸੀਂ ਅਗਰ ਧਿਆਨ ਨਾਲ ਦੇਖੋ, ਕਿਸਾਨ ਅੰਦੋਲਨ ਤੇ ਹਰ ਪਾਰਟੀ ਕ੍ਰੈਡਿਟ ਲੈਣਾ ਚਾਹ ਰਹੀ ਹੈ। ਔਰ ਇਸ ਗੱਲ ਦਾ ਮੈਂ ਫਖਰ ਨਾਲ ਕਹਿ ਸਕਦਾ ਇਹ ਗੱਲ ਕਿ ਪੰਥਕ ਅਕਾਲੀ ਲਹਿਰ ਨੇ ਕੋਈ ਕਲੇਮ ਨਹੀਂ ਕੀਤਾ, ਕਿਉਂਕਿ ਜਿਵੇਂ ਕਿਸਾਨ ਅੰਦੋਲਨ ਦੇ ਅੰਦਰ ਕੋਈ ਪੋਲੀਟੀਸ਼ੀਅਨ ਆਂਦਾ ਤੇ ਕਿਸਾਨ ਅੰਦੋਲਨ ਖਰਾਬ ਹੋ ਜਾਂਦਾ। ਤੇ ਕਿਸਾਨ ਅੰਦੋਲਨ ਵਿੱਚ ਕੌਣ ਲੋਕ ਨੇ? ਜਿਹੜੇ ਐਕਚੁਅਲ ਕਿਸਾਨ ਨੇ। ਤੇ ਤਦੀ ਉਹ ਕਿਸਾਨ ਅੰਦੋਲਨ ਕਾਮਯਾਬ ਹੈ। ਭਾਵੇਂ ਉਹ ਕੋਈ ਨਾਮ ਨਹੀਂ ਮੈਂ ਲਾਂਦਾ, ਭਾਵੇਂ ਉਹ ਚਲੋ ਗੁਰਨਾਮ ਸਿੰਘ ਚੰਦੂੜੀ ਹੋਣ, ਰੱਜੋਵਾਲ ਹੋਣ, ਹੋਰ ਵੀ ਨਾਮ ਮੈਂ ਭੁੱਲ ਜਾਣਾ, ਸ਼੍ਰੀਕਾਂਤ ਜੀ ਹੋਣ, ਟਿਕੈਤ ਸਾਹਿਬ ਹੋਣ, ਇਹ ਕਿਸਾਨ ਨੇ, ਬੇਸਿਕਲੀ ਕਿਸਾਨ ਨੇ। ਹੋਰ ਵੀ ਨਾਮ ਨੇ ਬੜੇ। ਉਸੇ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਨਾ ਸਾਨੂੰ ਪੋਲੀਟੀਸ਼ੀਅਨ ਦੀ ਲੋੜ ਨਹੀਂ ਹੈ, ਸਾਨੂੰ ਸੇਵਾਦਾਰਾਂ ਦੀ ਲੋੜ ਹੈ। ਜੇ ਪੋਲੀਟੀਸ਼ੀਅਨ ਨਹੀਂ ਹੋਣਗੇ, ਜਿਵੇਂ ਕਿਸਾਨ ਅੰਦੋਲਨ ਬਿਨਾਂ ਪੋਲੀਟੀਸ਼ੀਅਨਸ ਤੋਂ ਵੀ ਚੱਲ ਰਿਹਾ, ਉਹ ਕਾਮਯਾਬ ਹੁੰਦਾ ਨਹੀਂ ਹੁੰਦਾ, ਉਹ ਅਲੱਗ ਗੱਲ ਹੈ ਜੀ। ਉਸੇ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਿੱਖੀ ਦੇ ਸਿਸਟਮ ਵਾਸਤੇ ਅੱਜ ਤੁਸੀਂ ਅਗਰ ਮੈਂ ਨਾਮ ਲਾਂਗਾ, ਖਾਲਸਾ ਏਡ ਆਰਗੇਨਾਈਜੇਸ਼ਨ ਹੈ, ਯੂਨਾਈਟਿਡ ਸਿੱਖਸ ਨੇ, ਹੋਰ ਬੜੀਆਂ ਪਿੱਛੇ ਉੱਭਰ ਕੇ ਆਈਆਂ ਨੇ, ਵਰਲਡ ਕੈਂਸਰ ਕੇਅਰ ਦੇ ਲੋਕ ਨੇ, ਇਹ ਪੋਲੀਟੀਸ਼ੀਅਨ ਨੂੰ ਇਨਵੋਲਵ ਨਹੀਂ ਹੋਣ ਦਿੰਦੇ। ਇਸੇ ਕਰਕੇ ਇਹਨਾਂ ਦੀ ਸੇਵਾ ਨਾ ਬਿਯੋਂਡ ਪੋਲੀਟੀਕਲ ਬਾਉਂਡਰੀਜ਼ ਹੈ। ਜੀ। ਉਸ ਕਰਕੇ ਕੀ ਹੁੰਦਾ ਕਿ ਇਹ ਕਿਸੇ ਵੀ ਜਗ੍ਹਾ ਜਾ ਕੇ ਸੇਵਾ ਕਰ ਲੈਂਦੇ ਨੇ, ਕਿਉਂਕਿ ਇਹਨਾਂ ਦੀ ਕੋਈ ਪੋਲੀਟੀਕਲ ਛਾਪ ਨਹੀਂ ਹੈਗੀ। ਗੁਰੂ ਘਰ ਵਿੱਚ ਕੀ ਲੋੜ ਹੈ ਪੋਲੀਟਿਕਸ ਦੀ? ਕੀ ਲੋੜ ਹੈ ਕਿ ਜੀ ਇਹ ਕਾਂਗਰਸ ਸਪੋਰਟਡ ਹੈ, ਇਹ ਬੀਜੇਪੀ ਸਪੋਰਟਡ ਹੈ, ਇਹ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਸਪੋਰਟਡ ਹੈ? ਕੀ ਲੋੜ ਹੈ? ਤੁਸੀਂ ਜਾਂ ਤੇ ਪੋਲੀਟਿਕਸ ਕਰੋ, ਜੇ ਤੁਸੀਂ ਕਰਨੀ ਹੈ ਇਲੈਕਟੋਰਲ ਪੋਲੀਟਿਕਸ। ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣ ਕੇ ਫਿਰ ਕਾਉਂਸਲਰ ਬਣਦੇ ਹੋ, ਫਿਰ ਐਮਐਲਏ ਬਣਦੇ ਹੋ, ਜਾਂ ਫਿਰ ਤੁਸੀਂ ਪੋਸਟ ਲੈਂਦੇ ਹੋ ਸਰਕਾਰੀਆਂ। ਫਿਰ ਇਹਦਾ ਮਤਲਬ ਤੁਸੀਂ ਉਹਨੂੰ ਰਸਤਾ ਬਣਾਇਆ ਨਾ, ਫਿਰ ਗੁਰੂ ਘਰ ਨੂੰ ਔਰ ਗੁਰੂ ਘਰ ਦੀ ਸੰਗਤਾਂ ਨੂੰ ਯੂਜ਼ ਕਰਕੇ ਤੁਸੀਂ ਆਪਣਾ ਫਾਇਦਾ ਤਾਂ ਚੁੱਕ ਲਿਆ। ਫਿਰ ਗੁਰੂ ਘਰ ਦੀ ਸੇਵਾ ਤੁਸੀਂ ਕਿਵੇਂ ਕਰੋਗੇ ਜਦ ਤੁਹਾਡੇ ਮਾਈ ਬਾਪ ਵੀ ਕੋਈ ਹੋਰ ਨੇ? ਮੇਰਾ ਮਾਈ ਬਾਪ ਦੇਖੋ, ਮੈਂ ਆਪਣੀ ਗਰੰਟੀ ਲੈ ਸਕਦਾ, ਮੈਂ ਆਪਣੇ ਬੱਚੇ ਦੀ ਵੀ ਨਹੀਂ ਲੈ ਸਕਦਾ, ਤੁਸੀਂ ਵੀ ਨਹੀਂ ਲੈ ਸਕਦੇ, ਤੁਸੀਂ ਆਪਣੀ ਵਾਈਫ ਦੀ ਵੀ ਗਰੰਟੀ ਨਹੀਂ ਲੈ ਸਕਦੇ। ਹਰ ਆਦਮੀ ਦਾ ਆਪਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਗਰੰਟੀ ਲੈ ਸਕਦੇ ਸਨ, ਆਪਣੇ ਮਿਸ਼ਨ ਦੀ ਲੈ ਸਕਦੇ ਸਨ। ਗੁਰੂ ਹਰਿਰਾਏ ਸਾਹਿਬ ਆਪਣੀ ਲੈ ਸਕਦੇ ਸਨ। ਰਾਮ ਰਾਏ ਜੀ ਨੇ ਕੀ ਕੀਤਾ, ਸ਼੍ਰੀ ਚੰਦ ਜੀ ਨੇ ਕੀ ਕੀਤਾ, ਉਹ ਉਹਨਾਂ ਦੀ ਹਰ ਇੱਕ ਦੀ ਆਪਣੀ ਜ਼ਾਤੀ ਜ਼ਿੰਦਗੀ। ਉਸ ਤਰ੍ਹਾਂ ਮੈਂ ਵੀ ਆਪਣੇ ਬੱਚਿਆਂ ਦੀ, ਆਪਣੀ ਵਾਈਫ ਦੀ, ਆਪਣੇ ਭਰਾਵਾਂ ਦੀ, ਭੈਣਾਂ ਦੀ ਕਿਸੇ ਦੀ ਗਰੰਟੀ ਨਹੀਂ ਲੈ ਸਕਦਾ। ਜੇ ਮੈਂ ਆਪਣੀ ਗਰੰਟੀ ਇਹ ਲੈ ਸਕਦਾ ਤੇ ਮੈਂ ਇਹ ਗਰੰਟੀ ਲੈ ਸਕਦਾ ਕਿ ਕਦੀ ਵੀ ਗੁਰੂ ਘਰ ਦਾ ਪੈਸਾ ਖਾ ਕੇ ਜਾਂ ਕੋਈ ਪੋਲੀਟੀਕਲ ਐਂਬੀਸ਼ਨ ਤੋਂ ਬਿਨਾਂ ਹੀ ਸੇਵਾ ਕਰਾਂਗਾ। ਇਲੈਕਸ਼ਨ ਜ਼ਰੂਰ ਲੜਾਇਆ ਜਾ ਰਿਹਾ, ਪਰ ਇਹ ਸਾਡੀ ਨਾ ਲੜਾਈ ਇਸ 25 ਅਪ੍ਰੈਲ ਨੂੰ ਨਹੀਂ ਖਤਮ ਹੋ ਜਾਣੀ। ਇਹ ਗੱਲ ਯਾਦ ਰੱਖਿਓ। ਸਾਡੀ ਕੰਮ ਤਾਂ 25 ਅਪ੍ਰੈਲ ਤੋਂ ਬਾਅਦ ਸਾਡਾ ਸ਼ੁਰੂ ਹੋਣਾ ਹੈ, ਇੰਡੀਵਿਜੂਅਲੀ ਆਲਸੋ, ਐਜ਼ ਅ ਪੋਲੀਟੀਕਲ ਸੈਟਅਪ ਆਲਸੋ। ਕੀ ਹੋਏਗਾ? ਕਿਸੇ ਦੇ 25 ਜਿੱਤ ਜਾਣਗੇ, ਕਿਸੇ ਦੇ 10 ਜਿੱਤ ਜਾਣਗੇ, ਕਿਸੇ ਦੇ 5 ਜਿੱਤ ਜਾਣਗੇ। ਸਿਸਟਮ ਚੇਂਜ ਹੋਣ ਦੀ ਸ਼ੁਰੂਆਤ ਵਾਸਤੇ ਹਾਲੇ ਬਹੁਤ ਟਾਈਮ ਲੱਗਣਾ। ਸੋ ਜਿੱਤ ਔਰ ਹਾਰ ਮੈਟਰ ਨਹੀਂ ਕਰਦੀ। ਜਦ ਤੁਸੀਂ ਸਫਾਈ ਕਰਦੇ ਹੋ ਨਾ, ਤੇ ਹੋ ਸਕਦਾ ਤੁਸੀਂ ਪਹਿਲੀ ਵਾਰ 'ਚ ਅੱਧਾ ਵਿਹੜਾ ਹੀ ਸਾਫ਼ ਕਰ ਸਕੋ, ਪਰ ਜਦ ਵਿਹੜਾ ਹੀ ਐਡਾ ਵੱਡਾ ਔਰ ਕੂੜਾ ਹੀ ਐਡਾ ਜ਼ਿਆਦਾ, ਤੇ ਡਜ਼ਨਟ ਮੈਟਰ। ਭਾਵੇਂ ਇੱਕ ਜਿੱਤ ਕੇ ਆਵੇ, ਪਰ ਸਪੋਰਟ ਅਸੀਂ ਉਹਨੂੰ ਕਰਾਂਗੇ। ਇੱਕ ਕ੍ਰਾਸ ਪਾਰਟੀ ਲਾਈਨਸ ਵੀ ਮੈਂ ਬਿਆਨ ਦੇਣਾ ਚਾਹੁੰਦਾ। ਇੱਕ ਕ੍ਰਾਸ ਪਾਰਟੀ ਲਾਈਨ, ਜਿਹੜਾ ਅੱਛਾ ਕੈਂਡੀਡੇਟ ਹੈ, ਸੰਗਤ ਉਹਨੂੰ ਵੋਟ ਦਿਓ। ਜਿਹੜਾ ਸ਼ਰਾਬ ਵੰਡ ਕੇ, ਨਸ਼ੇ ਵੰਡ ਕੇ, ਐਕਸਪਲੋਇਟ ਨਾ ਕਰਦਾ ਹੋਏ, ਤਨਖਾਹਾਂ ਸਕੂਲਾਂ ਦੀ ਟੀਚਰਾਂ ਨੂੰ ਟਾਈਮ 'ਤੇ ਦੇਵੇ, ਗੁਰੂ ਘਰ ਦੀ ਗੋਲਕ ਬਿਲਕੁਲ ਨਾ ਖਾਂਦਾ ਹੋਵੇ, ਔਰ ਨਾ ਹੀ ਗੋਲਕ ਖਾਣ ਵਾਲਿਆਂ ਨੂੰ ਜਾਂ ਕਰਪਟ ਵਾਲਿਆਂ ਨੂੰ ਆਪਣੇ ਨਾਲ ਰੱਖਦਾ ਹੋਵੇ, ਐਸੇ ਕੈਂਡੀਡੇਟ ਸੰਗਤ ਜੀ ਚੁਣੋ। ਇੱਕ ਕ੍ਰਾਸ ਪਾਰਟੀ ਲਾਈਨ। ਪੰਥਕ ਅਕਾਲੀ ਲਹਿਰ ਦਾ ਇੱਕੋ ਹੀ ਟੀਚਾ ਹੈ, ਗੁਰੂ ਘਰ ਦਾ ਸੁਧਾਰ। ਪਾਰਟੀ ਮੈਟਰ ਨਹੀਂ ਕਰਦੀ, ਮੈਂ ਮੈਟਰ ਨਹੀਂ ਕਰਦਾ, ਤੁਸੀਂ ਮੈਟਰ ਨਹੀਂ ਕਰਦੇ। ਤੁਸੀਂ ਔਰ ਮੈਂ 50 ਸਾਲ, 60 ਸਾਲ, 70 ਸਾਲ, 80 ਸਾਲ ਦੀ ਖੇਡ ਹੈਗੇ ਆ, ਇਸ ਤੋਂ ਜ਼ਿਆਦਾ ਨਹੀਂ ਹੈਗਾ। ਦਸਮ ਪਿਤਾ ਨੇ ਜੋ ਸਿਸਟਮ ਬਣਾਇਆ ਹੈ, ਉਹ ਤੁਹਾਡੇ ਔਰ ਮੇਰੇ ਬਿਨਾਂ ਵੀ ਸਰਵਾਈਵ ਕਰੇਗਾ ਜੀ, ਔਰ ਕਰੇਗਾ ਇਸ ਵਾਸਤੇ ਕਿਉਂਕਿ ਉੱਥੇ ਗੁਰੂ ਘਰ ਦੀ ਸ਼ਹਾਦਤ ਹੈ। ਤੁਹਾਡੇ ਮੇਰੇ ਵਰਗੇ ਬਹੁਤ ਹਲਕੇ ਬੰਦਿਆਂ ਕਰਕੇ ਕੌਮ ਨਹੀਂ ਚੱਲ ਰਹੀ। ਮੈਂ ਆਪਣੀ ਗੱਲ ਕਰਨਾ, ਤੁਹਾਡੀ ਨਹੀਂ ਗੱਲ ਕਰ ਰਿਹਾ, ਮੈਂ ਆਪਣੀ ਗੱਲ ਕਰਨਾ। ਗੁਰੂ ਘਰ ਦਸਮ ਪਿਤਾ ਨੇ ਜਿਸ ਸਿੱਖੀ ਦੀ ਨੀਂਵ
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਤੇ ਰੱਖੀ ਹੋਵੇ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੇ ਰੱਖੀ ਹੋਵੇ, ਜਿੱਥੇ 4 ਸਾਹਿਬਜ਼ਾਦੇ ਸ਼ਹੀਦ ਕਰਾਏ ਹੋਣ, ਜਿੱਥੇ ਮਾਤਾ ਜੀ ਸ਼ਹੀਦ ਹੋਏ ਹੋਣ, ਉਹ ਸਾਡੇ ਵਰਗਿਆਂ ਕਰਕੇ ਸਿੱਖੀ ਨਹੀਂ ਚੱਲ ਰਹੀ। ਇਸ ਕਰਕੇ ਉਸ ਨੀਂਵ ਨੂੰ ਤੁਸੀਂ ਹਿਲਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਉਲਟ ਪਏਗਾ। ਔਰ ਮੈਂ ਇਹ ਗੱਲ ਪਰਸਨਲ ਤੌਰ ਤੇ ਕਹਿ ਸਕਦਾ, ਮੈਂ ਬਹੁਤ ਨੇੜਿਓਂ ਦੇਖਿਆ। ਮੇਰੀ ਉਮਰ 55 ਸਾਲ ਹੈ। ਮੈਂ ਸਿਰਫ 19.5 ਸਾਲ ਦੀ ਉਮਰ ਵਿੱਚ ਦਿੱਲੀ ਸਿੱਖ ਸ਼੍ਰੋਮਣੀ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਕੈਂਪਸ ਨਾਰਥ ਦਾ ਪ੍ਰਧਾਨ ਬਣਿਆ ਸੀ। ਉਸ ਵੇਲੇ ਗੁਰੂ ਘਰ ਦੀ ਐਸੀ ਕਿਰਪਾ ਹੋਈ ਕਿ ਮੈਂ ਕਰਪਸ਼ਨ ਤੋਂ ਬਚ ਕੇ ਰਿਹਾ। ਨਾ ਮੈਂ ਐਡਮਿਸ਼ਨ ਕਰਾਉਣ ਲਈ ਪੈਸੇ ਖਾਦੇ ਔਰ ਨਾ ਮੈਂ ਕੋਈ ਫੈਸਟੀਵਲ ਕਰਾ ਕੇ ਉਹਨਾਂ 'ਚੋਂ ਫੰਡ ਖਾਦੇ। ਉਹਦਾ ਮੈਨੂੰ ਇਹ ਫਾਇਦਾ ਹੋਇਆ ਕਿ ਮੈਂ ਉਸ ਤੋਂ ਬਾਅਦ ਜਿੰਨੇ ਵੀ ਲੋਕ ਦੇਖੇ ਨੇ ਜਿਨ੍ਹਾਂ ਨੇ ਕਰਪਟ ਕੀਤੀ, ਉਹਨਾਂ ਦਾ ਅੰਤ ਬਹੁਤ ਮਾੜਾ ਹੋਇਆ ਔਰ ਹੋਏਗਾ। ਕਿਉਂ ਹੋਏਗਾ? ਕਿਉਂਕਿ ਪਤਾ ਨਹੀਂ ਕਿਹਦੀ ਦੁਆਵਾਂ ਦੇ, ਕਿੰਨਾ ਦੀ ਮੁਸ਼ੱਕਤ ਔਰ ਮਿਹਨਤ ਦੀ ਉਹ ਗੁਰੂ ਘਰ ਦੀ ਗੋਲਕ ਚੱਲਦੀ ਹੈ। ਤੁਸੀਂ ਉਸ ਵੇਲੇ ਬੜੇ ਸਿਆਣੇ ਬਣਦੇ ਹੋਗੇ। ਡਾਇਰੈਕਟ ਗੋਲਕ ਵਿੱਚੋਂ 2 ਕਰੋੜ 5 ਕਰੋੜ ਤੁਸੀਂ ਕੱਢ ਲਿਆ ਹੋਏਗਾ ਡੀਮੋਨਟਾਈਜੇਸ਼ਨ ਦੇ ਟਾਈਮ। ਬੜੇ ਲੋਕਾਂ ਨੇ ਕੱਢ ਲਏ ਪੈਸੇ ਜੀ, ਉਹਨੂੰ ਵਾਈਟ ਕਰਨਾ ਸੀ, ਫਲਾਣਾ ਕਰਨਾ ਸੀ। ਜਾਂ ਤੁਸੀਂ ਸੋਚਦੇ ਹੋ ਕਿ ਸਕੂਲ ਦੀ ਟੀਚਰਾਂ ਰੱਖ ਕੇ ਤੁਸੀਂ 1 ਲੱਖ 2 ਲੱਖ ਕਮਾ ਕੇ 5 ਲੱਖ ਕਮਾ ਕੇ ਤੁਸੀਂ ਕੌਮ ਦਾ ਕਿੰਨਾ ਨੁਕਸਾਨ ਕਰਤਾ। ਬੱਚੇ ਦੀ ਐਡਮਿਸ਼ਨ ਕਰਾਉਣੀ ਹੈ ਨਾ, ਲਗਾਓ ਅਪਰੋਚ। ਠੀਕ ਹੈ, ਮਾਈਨੋਰਿਟੀ ਇੰਸਟੀਚਿਊਟਸ ਹੈਗੀਆਂ ਨੇ ਸਾਡੇ ਬੱਚਿਆਂ ਨੂੰ ਤੁਸੀਂ ਅਪਰੋਚ ਲਗਾ ਕੇ ਐਡਮਿਸ਼ਨ ਕਰਾਓ ਕਿ ਉਹ ਬੱਚੇ ਕਿੱਥੇ ਜਾਣਗੇ, ਹੈ ਨਾ। ਟੀਚਰ ਤੇ ਕਦੀ ਅਪਰੋਚ ਨਾ ਲਗਾਓ। ਟੀਚਰ ਕਾਬਲੀਅਤ ਤੇ ਰੱਖੋ, ਭਾਵੇਂ ਉਹ ਕਿਸੇ ਵੀ ਧਰਮ ਦੀ ਟੀਚਰ ਉਹਨੂੰ ਰੱਖੋ। ਅਗਰ ਫੋਰ ਐਗਜ਼ਾਮਪਲ ਅਗਰ ਇੰਗਲਿਸ਼ ਸਪੀਕਿੰਗ ਸਾਨੂੰ ਟੀਚਰ ਰੱਖਣੀ ਹੈ ਔਰ ਸਾਨੂੰ ਉਹ ਸਾਡੇ ਸਿੱਖ ਭਾਈਚਾਰੇ ਤੋਂ ਨਹੀਂ ਮਿਲਦੀ ਔਰ ਉਹ ਸਾਨੂੰ ਕ੍ਰਿਸਚਨ ਭਾਈਚਾਰੇ ਤੋਂ ਮਿਲਦੀ ਹੈ, ਤੇ ਉਹਨੂੰ ਰੱਖੋ। ਕਿਉਂਕਿ ਉਹ ਇੱਕ ਟੀਚਰ ਆਉਣ ਵਾਲੇ 12 ਸਾਲਾਂ 'ਚ ਜਾਂ 20-25 ਸਾਲਾਂ 'ਚ ਜਦੋਂ ਪੜ੍ਹਾਏਗੀ, ਉਹ ਤੁਹਾਡੇ 5000 ਟੀਚਰ ਪੈਦਾ ਕਰ ਦੇਗੀ। ਤੁਹਾਨੂੰ ਉਸ ਤੋਂ ਬਾਅਦ ਬਾਹਰ ਜਾਣ ਦੀ ਲੋੜ ਨਹੀਂ। ਇਹ ਕੀ ਕਾਰਨ ਹੈ ਕਿ ਜਿਹੜੇ ਟੌਪ ਦੇ ਸੋ ਕਾਲਡ ਜਥੇਦਾਰ ਨੇ, ਇਹਨਾਂ ਸਾਰਿਆਂ ਦੇ ਬੱਚੇ ਕੋਈ ਵੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਹੀਂ ਪੜ੍ਹਦਾ, ਕੋਈ ਗੁਰੂ ਨਾਨਕ ਪਬਲਿਕ ਸਕੂਲ ਨਹੀਂ ਪੜ੍ਹਦਾ, ਗੁਰੂ ਤੇਗ ਬਹਾਦਰ ਸਾਹਿਬ ਮੈਮੋਰੀਅਲ ਸਕੂਲ ਨਹੀਂ ਪੜ੍ਹਦਾ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨਾਂ ਦਾ ਜਿਹੜਾ ਸਕੂਲ ਖੁੱਲਿਆ ਉੱਥੇ ਨਹੀਂ ਪੜ੍ਹਦਾ। ਕਿੱਥੇ ਪੜ੍ਹਦੇ ਨੇ? ਮਾਡਰਨ ਸਕੂਲ, ਸੈਂਟ ਸਟੀਫਨਸ, ਕਨਵੈਂਟ ਆਫ ਜੀਸਸ ਐਂਡ ਮੈਰੀ, ਸੈਂਟ ਥਾਮਸ, ਲੋਰੇਟੋ ਕਨਵੈਂਟ, ਸੈਂਟ ਮਾਰਕਸ, ਨਾਮ ਭੁੱਲ ਜਾਣਾ। ਤਾਂ ਇਹ ਸਾਰੇ ਜਿਹੜੇ ਇਹ ਕਿਉਂ ਹੈਗਾ? ਕਿਉਂਕਿ ਤੁਹਾਨੂੰ ਆਪਣੀ ਇੰਸਟੀਚਿਊਟ ਤੇ ਭਰੋਸਾ ਨਹੀਂ ਹੈ। ਜੇ ਤੁਹਾਡੇ ਸਕੂਲ, ਮੈਨੂੰ ਯਾਦ ਹੈ ਅੱਜ ਤੋਂ 20 ਸਾਲ 30 ਸਾਲ ਪਹਿਲੇ, ਅੱਜ ਮੈਂ ਅਗਰ 55 ਦਾ ਤੇ ਆਈ ਥਿੰਕ 40 ਸਾਲ ਪਹਿਲੇ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਐਡਮਿਸ਼ਨ ਕਰਾਉਣ ਵੇਲੇ ਢਿੱਲੋਂ ਸਾਹਿਬ ਹੁੰਦੇ ਸਨ ਪ੍ਰਿੰਸੀਪਲ। ਉਸ ਤੋਂ ਬਾਅਦ ਸਿੰਘਾ ਸਾਹਿਬ ਆਏ। ਮੇਰੇ ਨਾਨਾ ਜੀ ਜਥੇਦਾਰ ਗਿਆਨੀ ਚਰਨ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਹੁੰਦੇ ਸਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਅਸ਼ੋਕ ਵਿਹਾਰ ਤੋਂ ਮੈਂਬਰ ਰਹੇ। ਉਹ ਮੇਰੀ ਐਡਮਿਸ਼ਨ ਨਹੀਂ ਕਰਾ ਸਕੇ ਸਨ ਕਿਉਂਕਿ ਢਿੱਲੋਂ ਸਾਹਿਬ ਨੇ ਕਿਹਾ ਸੀ ਕਿ ਬੱਚਾ ਹਾਲੇ ਇਸ ਲਾਇਕ ਨਹੀਂ ਹੋਇਆ। ਮੇਰੇ ਬਾਰੇ ਕਿਹਾ ਸੀ, ਮੇਰੀ ਇੰਗਲਿਸ਼ ਬਹੁਤ ਵੀਕ ਸੀ, ਕਿ ਇਹਨੂੰ ਸਾਲ ਗਿਆਨੀ ਜੀ ਮਿਹਨਤ ਕਰਾਓ, ਅਗਲੇ ਸਾਲ ਇਹ ਟੈਸਟ ਪਾਸ ਕਰੇਗਾ। ਉਸ ਵੇਲੇ ਮੈਨੂੰ ਬੜਾ ਗੁੱਸਾ ਆਇਆ ਸੀ ਐਜ਼ ਏ ਬੱਚਾ ਨਾ, ਕਿ ਮੇਰੇ ਨਾਨਾ ਜੀ ਮੇਰੀ ਐਡਮਿਸ਼ਨ ਨਹੀਂ ਕਰਾ ਸਕੇ ਨਾ। ਪਰ ਅੱਜ ਮੈਂ ਰਿਅਲਾਈਜ਼ ਕਰਦਾ ਕਿ ਮੇਰੇ ਨਾਨਾ ਜੀ ਨੇ, ਜਥੇਦਾਰ ਸਾਹਿਬ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਇਹਦੀ ਐਡਮਿਸ਼ਨ ਕਰੋ, ਕਿ ਮੈਂ ਸਕੂਲ ਦਾ ਵਾਈਸ ਚੇਅਰਮੈਨ ਹਾਂ ਜਾਂ ਮੈਂ ਨਹੀਂ। ਮੈਂ ਕਿਹਾ ਨਹੀਂ, ਬੱਚਾ ਕਾਬਿਲ ਕਰਦੇ। ਤੁਸੀਂ ਇੰਟਰਫੇਅਰ ਕਰਦੇ ਹੋ, ਅਨਪੜ੍ਹ ਲੋਕ ਚੇਅਰਮੈਨ ਬਣਾ ਦਿੰਦੇ ਹੋ, ਜਿਹੜੇ ਖੁਦ 12ਵੀਂ ਪਾਸ ਨਹੀਂ, ਜਿਹੜੇ ਟੀਚਰਸ ਨੂੰ ਪ੍ਰਿੰਸੀਪਲ ਨੂੰ ਉਹ ਇਹ ਕਹਿ ਕੇ ਬੁਲਾਉਂਦੇ ਨੇ। ਜਿਹੜੇ ਤੁਹਾਨੂੰ ਪਤਾ ਡਰਾਈਵਰਸ ਦੀ ਕਿੰਨੀ ਤਨਖਾਹਾਂ ਸਕੂਲਾਂ 'ਚ, ਬਿਨਾਂ ਗੱਲ ਤੋਂ 80 85 ਡਰਾਈਵਰ ਹੈਗੇ ਨੇ। ਕਿਉਂ? ਕਿਉਂਕਿ ਉਹ ਇੱਧਰ ਉੱਧਰ ਯੂਜ਼ ਹੁੰਦੇ ਨੇ। ਇੰਨੇ ਸਾਲਾਂ ਤੋਂ ਮੈਂ ਸਿਰਫ ਗੁਰੂ ਘਰ ਦੇ ਜਿਹੜੇ ਸੋ ਕਾਲਡ ਵਜ਼ੀਰ ਨੇ ਇਹੀ ਅਮੀਰ ਹੁੰਦੇ ਦੇਖੇ ਨੇ। ਸਿਰਫ ਸ਼ਬਦ ਚੌਕੀ ਤੇ ਢੋਲਕੀ ਵਜਾ ਲੈਣੀ, ਨਗਰ ਕੀਰਤਨ ਤੇ ਗੁਰੂ ਮਹਾਰਾਜ ਦੇ ਤਾਬੇ ਬੈਠ ਕੇ ਚੌਰ ਸਾਹਿਬ ਕਰ ਲੈਣੀ, ਲੋਕਾਂ ਨੂੰ ਦਿਖਾਉਣ ਲਈ ਦੇਗ ਵਰਤਾ ਲੈਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਣੀ ਸਿਰਫ ਇੱਥੋਂ ਦਾ ਮਤਲਬ ਨਹੀਂ ਲੈਣਾ। ਵਾਹਿਗੁਰੂ ਜੀ ਕਾ ਖਾਲਸਾ ਤੇ ਉਹਦੀ ਫਤਿਹ ਬਾਰੇ ਕੋਈ ਕੰਮ ਹੀ ਨਹੀਂ। ਸੋ ਇਹ ਮਸਲਾ ਪੰਥੀ ਅਕਾਲੀ ਲਹਿਰ ਦਾ ਨਹੀਂ ਹੈ, ਇਹ ਮਸਲਾ ਸਾਡੀ ਕੌਮ ਦਾ ਹੈ। ਪਾਰਟੀਆਂ ਆਉਂਦੀਆਂ ਨੇ ਜਾਂਦੀਆਂ ਨੇ,
ਸ਼ਖਸ ਆਉਂਦੇ ਨੇ ਜਾਂਦੇ ਨੇ। ਅੱਜ ਮੈਂ ਇੱਥੇ ਬੈਠਾ, ਕੱਲ ਕੋਈ ਹੋਰ ਹੋਏਗਾ, ਪਹਿਲੇ ਕੋਈ ਹੋਰ ਸੀ। ਔਰ ਜਿਹੜੇ ਲੋਕ ਅਸੀਂ ਦੇਖਿਆ ਕਿਸੇ ਪੋਜੀਸ਼ਨ 'ਚ ਨਹੀਂ ਹੈਗੇ, ਜਿਹੜੇ ਪੋਜੀਸ਼ਨ 'ਚ ਵੀ ਨੇ ਉਹ ਵੀ ਕੋਈ ਪਰਮਾਨੈਂਟ ਨਹੀਂ ਹੈਗੇ। ਜਿਹੜੀ ਰਿਵਾਇਤ ਚੱਲ ਰਹੀ ਉਹ ਪ੍ਰਧਾਨ ਬਣਨਗੇ, ਖਤਮ ਹੋਣਗੇ, ਆਣਗੇ। ਤੁਹਾਡੀ ਇੰਸਟੀਚਿਊਟ ਤਾਂ ਖਤਮ ਹੋ ਗਈ। ਅੱਜ ਤੁਸੀਂ ਗੁਰੂ ਘਰ ਦਾ ਹਾਲ ਦੇਖ ਲਓ ਕੀ ਹੈ। ਤੁਸੀਂ ਇੱਕ ਰਾਗੀ, ਇੱਕ ਕਥਾਵਾਚਕ ਨੂੰ ਨਹੀਂ ਬਦਲ ਸਕਦੇ ਜਿਹੜਾ ਬਦਤਮੀਜ਼ ਹੋਵੇ, ਪੋਲੀਟੀਕਲੀ ਕਨੈਕਟਡ ਹੈਗਾ। ਲੋਕ ਇਹ ਕੰਪੀਟੀਸ਼ਨ ਕਰਦੇ ਨੇ ਕਿ ਮੈਂ ਅਗਰ ਗੁਰੂ ਘਰ ਦਾ ਕਥਾਵਾਚਕ ਹਾਂ ਤੇ ਮੇਰੇ ਬੱਚੇ ਦਾ ਵਿਆਹ ਹੈ ਤੇ ਦੇਖੋ ਕੌਣ ਕੌਣ ਆਉਂਦਾ, ਉਹ ਚੈੱਕ ਕਰਦਾ ਕਿ ਮੇਰੇ ਬੱਚੇ ਦੇ ਵਿਆਹ ਤੇ ਕਿਹੜਾ ਕਿਹੜਾ ਲੀਡਰ ਆਇਆ। ਉੱਥੇ ਤੱਕ ਤਾਂ ਕੰਪੀਟੀਸ਼ਨ ਹੈ। ਸੋ ਇੱਕ ਮੈਂ ਹਮੇਸ਼ਾ ਲਾਈਨ ਕਹਿੰਦਾ ਹੁੰਦਾ ਕਿ ਖਾਸ ਤੌਰ ਤੇ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ, ਇਹ ਮੈਨੇਜਰਸ ਨੇ, ਇਹ ਲੀਡਰ ਨਹੀਂ ਨੇ। ਮੈਨੇਜਰ ਨੂੰ ਅਸੀਂ ਲੀਡਰ ਸਮਝ ਬੈਠੇ ਹਾਂ, ਇਹ ਸਾਡੀ ਬਹੁਤ ਵੱਡੀ ਗਲਤੀ ਹੈ। ਮੈਨੇਜਰਸ ਆਰ ਨਾਟ ਲੀਡਰਸ। ਦੂਜੀ ਗੱਲ ਇਹ ਹੈਗੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਰਕਚਰ ਬਾਰੇ ਕਹਿ ਰਿਹਾ, ਗੁਰੂ ਘਰ ਬਾਰੇ ਨਹੀਂ ਕਹਿ ਰਿਹਾ। ਔਰ ਪਲੀਜ਼ ਤੁਸੀਂ ਐਡਿਟ ਨਾ ਕਰਨਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਰਕਚਰ ਬਾਰੇ ਕਹਿ ਰਿਹਾ, गुरु घर बारे नहीं कह रहा। अब ईंट बदलने से काम नहीं चलेगा, नींव की हर ईंट बदलनी होगी, हम थल्लों काम करना पड़ेगा। सो सीटां जितना सिर्फ मकसद नहीं है, इस बारी चंगे कैंडीडेट ਨੂੰ ਸਪੋਰਟ ਕਰਨਾ ਪੰਥਕ ਅਕਾਲੀ ਲਹਿਰ ਦੀ ਸੋਚ ਹੈ ਔਰ ਐਟਲੀਸਟ ਮੈਂ ਉਸ ਤੇ ਹੀ ਕੰਮ ਕਰ ਰਿਹਾ ਜੀ। ਤੇ ਵੀਰ ਜੀ ਤੁਹਾਡੇ ਹੀ ਕਹੇ ਅਨੁਸਾਰ ਕਈ ਸਾਰੇ ਗੱਲਾਂ ਨਿਕਲ ਕੇ ਆਈਆਂ, ਤੁਸੀਂ ਕੁਝ ਗੱਲਾਂ ਕੀਤੀਆਂ ਕਿ ਟੀਚਰਸ ਨੂੰ ਸੈਲਰੀ ਜਿਹੜਾ ਕੈਂਡੀਡੇਟ ਟਾਈਮ ਨਾਲ ਦੇਵੇ, ਹੋਰ ਵੀ ਗੱਲਾਂ। ਤੇ ਤੁਹਾਡੇ ਪੰਥਕ ਅਕਾਲੀ ਦਲ ਜੇ ਇਹਨਾਂ ਨੂੰ ਸੇਵਾ ਮਿਲਦੀ ਹੈ, ਕੀ ਮੁੱਦੇ ਚੁੱਕ ਕੇ ਤੁਸੀਂ ਆਓਗੇ ਤੇ ਕੀ ਮੁੱਦਿਆਂ ਤੇ ਸਭ ਤੋਂ ਪਹਿਲਾਂ ਜਿਹੜਾ ਕੰਮ ਹੋਏਗਾ? ਪੰਥਕ ਅਕਾਲੀ ਲਹਿਰ ਕਦੀ ਵੀ ਅਗਰ ਕਾਬਜ਼ ਹੁੰਦਾ ਜਦ ਵੀ ਗੁਰੂ ਸਾਹਿਬ ਸੇਵਾ ਬਖਸ਼ਣਗੇ ਤੇ 4 ਸਾਲ ਤੋਂ ਬਾਅਦ ਇਲੈਕਸ਼ਨ ਸਿਸਟਮ ਖਤਮ ਕਰ ਦਾਂਗੇ। ਇਲੈਕਸ਼ਨ ਸਿਸਟਮ ਰੱਖਾਂਗੇ ਨਹੀਂ, ਕਿਉਂਕਿ ਇਲੈਕਸ਼ਨ ਨਹੀਂ ਹੋਣੀ ਚਾਹੀਦੀ, ਸਿਲੈਕਸ਼ਨ ਹੋਣੀ ਚਾਹੀਦੀ। ਇਹ ਸਾਰਾ ਲੜਾਈ ਇਲੈਕਸ਼ਨ ਕਰਕੇ ਹੈ। ਇਲੈਕਸ਼ਨ ਹੋਏਗਾ, ਵੋਟਾਂ ਪੈਣਗੀਆਂ ਤੇ ਨਸ਼ੇ ਚੱਲਣਗੇ, ਕੰਪੀਟੀਸ਼ਨ ਹੋਏਗਾ ਆਪਸ ਵਿੱਚ, ਪ੍ਰੋਬਲਮ। ਸਾਨੂੰ ਸਿਲੈਕਸ਼ਨ ਦੀ ਲੋੜ ਹੈ। 5 ਮੈਂਬਰੀ ਕਮੇਟੀ ਹੋਣੀ ਚਾਹੀਦੀ ਹੈ ਗੁਰੂ ਘਰ ਦੀ। ਜੇ ਅਸੀਂ ਲੋਕ ਆਉਂਦੇ ਹਾਂ, ਉਹ 5 ਮੈਂਬਰ ਵਿੱਚੋਂ 2 ਮੈਂਬਰ ਹਰ ਸਾਲ ਰਿਟਾਇਰ ਹੋਣਗੇ, 2 ਨਵੇਂ ਆਣਗੇ, ਤਾਂ ਕਿ ਔਰ ਇੱਕ 4 ਸਾਲ ਦੀ ਪਾਲਿਸੀ ਬਣਾਉਣੀ ਚਾਹੀਦੀ ਕਿ ਅਸੀਂ ਜਿਵੇਂ ਦੇਖੋ ਇਸ ਦੇਸ਼ ਦੇ, ਤੁਸੀਂ ਮੇਰਾ ਇੰਟਰਵਿਊ ਲੈ ਰਹੇ ਹੋ, ਉਹ ਮੇਰਾ ਵੀਰ ਉੱਥੇ ਕੈਮਰਾ 'ਤੇ ਬੈਠਾ, ਇਹ ਸਾਡੇ ਤਿੰਨਾਂ ਵਿੱਚ ਇਹ ਗੱਲ ਸਮਝਣ ਦੀ ਕਿਸੇ ਨੂੰ ਲੋੜ ਹੈ ਕਿ ਸਾਡੇ ਸਕੂਲ ਵਧੀਆ ਹੋਣੇ ਚਾਹੀਦੇ ਨੇ। ਇਹਦੇ ਕੋਈ ਰਾਕਟ ਸਾਇੰਸ ਨਹੀਂ ਹੈ। ਸਾਡੇ ਜਿਹੜੇ ਟੀਚਰਸ ਨੇ ਉਹ ਕਾਬਿਲ ਹੋਣੇ ਚਾਹੀਦੇ ਨੇ, ਉਹਨਾਂ ਦੀ ਸੈਲਰੀਜ਼ ਨੇ, ਓਵਰ ਸਟਾਫਿੰਗ ਹੈਗੀ, ਉਹਦੀ ਪ੍ਰੋਬਲਮ ਨੂੰ ਸੋਲਵ ਕੀਤਾ ਜਾਣਾ ਚਾਹੀਦਾ। ਹਸਪੀਟਲਸ ਬਣਾ ਕੇ ਉੱਥੇ ਲੜਾਈ ਨਹੀਂ ਹੋਣੀ ਚਾਹੀਦੀ, ਉੱਥੇ ਇਲਾਜ ਹੋਣਾ ਚਾਹੀਦਾ। ਵੀਰ ਜੀ ਇਸੇ ਗੱਲ ਤੇ ਇੱਕ ਗੱਲ ਕੁਐਸਚਨ ਇਹ ਵੀ ਹੈ ਕਿ ਆਪਾਂ ਸਾਰੇ ਕਹਿ ਰਹੇ ਹਾਂ, ਸਾਰੀ ਪਾਰਟੀਆਂ ਇਸ ਵੇਲੇ ਕਹਿ ਰਹੀਆਂ ਕਿ ਟੀਚਰਸ ਨੂੰ ਸੈਲਰੀ ਮਿਲਣੀ ਚਾਹੀਦੀ ਹੈ, ਸਕੂਲ ਇੰਸਟੀਟਿਊਸ਼ਨਸ ਵਧੀਆ ਹੋਣੇ ਚਾਹੀਦੇ ਆ ਕਿ ਬੱਚੇ ਉੱਥੇ ਪੜ੍ਹਨ, ਕਿਉਂਕਿ ਬੱਚੇ ਸਾਡੇ ਉੱਥੇ ਨਹੀਂ ਪੜ੍ਹ ਰਹੇ ਇਸ ਵੇਲੇ। ਤੇ ਉਹਦਾ ਰੋਡ ਮੈਪ ਕੀ ਹੈ, ਉਹ ਕਰਨਗੇ ਕਿਸ ਤਰ੍ਹਾਂ, ਇਹ ਕੋਈ ਦੱਸ ਨਹੀਂ ਰਿਹਾ। ਇਹਦਾ ਕੀ ਕਾਰਨ ਹੈ? ਕਿਉਂਕਿ ਉਹ ਕਰਨਾ ਨਹੀਂ ਚਾਹੁੰਦਾ ਨਾ। ਮੈਂ ਰੋਡ ਮੈਪ ਦੱਸ ਦਿੰਦਾ ਜੀ, ਬਿਲਕੁਲ ਸਾਹਮਣੇ ਆਮਣੇ ਬੈਠ ਕੇ ਗੱਲ ਕੀਤੀ ਜਾਏਗੀ। ਸਾਡੇ ਕੋਲ ਗੁਰੂ ਸਾਹਿਬ ਦੀ ਕਿਰਪਾ, ਸਾਡੀਆਂ ਗੋਲਕਾਂ ਬਹੁਤ ਮਜ਼ਬੂਤ ਨੇ। ਜੇ ਤੁਸੀਂ ਖਾਓ ਨਾ ਤੇ ਖਾ ਗਏ ਹੋ, ਇਸ ਵਾਸਤੇ ਆਪਣੇ ਆਪ ਨੂੰ ਕੰਗਾਲ, ਗੁਰੂ ਘਰ ਕਦੀ ਕੰਗਾਲ ਹੋਇਆ? ਕਦੀ ਗੁਰੂ ਘਰ ਨੇ ਕਿਹਾ ਕਿ ਮੈਨੂੰ ਲੰਗਰ ਲਈ ਚਾਹੀਦਾ? ਜੇ ਅੱਜ ਮੈਂ ਪੂਰਾ ਵਰਲਡ ਟਰੈਵਲ ਕੀਤਾ ਛੋਟੇ ਭਰਾ, ਐਸੀ ਐਸੀ ਜਗ੍ਹਾ ਗੁਰੂ ਸਾਹਿਬ ਨੇ ਲੰਗਰ ਬਖਸ਼ਿਆ ਕਿ ਅੱਖਾਂ 'ਚ ਅਥਰੂ ਆ ਗਏ ਨੇ। ਕਿ ਤੁਸੀਂ ਰਾਈਟ ਫਰੋਮ ਟੋਰਾਂਟੋ ਦੇ ਡਿਕਸੀ ਗੁਰਦੁਆਰੇ ਤੋਂ ਲੈ ਕੇ ਸਕਾਰਬਰੋ ਦੇ ਗੁਰਦੁਆਰੇ ਤੋਂ ਲੈ ਕੇ ਆਸਟ੍ਰਾਲ, ਪੈਨਰਿਥ ਆਸਟ੍ਰੇਲੀਆ ਦੇ, ਲੰਡਨ ਦੇ, ਕਿਸੇ ਗੁਰੂ ਘਰ 'ਚ ਚਲੇ ਜਾਓ, ਛੋਟੇ ਪਿੰਡਾਂ 'ਚ ਮੈਂ ਗੁਰੂ ਘਰ ਦੇਖਿਆ ਜੀ, ਇੰਡੀਆ ਦੇ ਨਹੀਂ ਬਾਹਰ ਦੇ, ਉੱਥੇ ਵੀ ਲੰਗਰ ਹੈਗਾ। ਤੇ ਤੁਹਾਡੀ ਗੋਲਕਾਂ ਖਤਮ ਹੋ ਗਈਆਂ। ਸੋ ਕਮਿੰਗ ਬੈਕ ਟੂ ਯੋਰ ਕੁਐਸਚਨ, ਅਗਰ ਮੈਨੂੰ ਕਦੀ ਮੌਕਾ ਮਿਲਿਆ, ਮੈਨੂੰ ਮੀਨਸ ਸਾਡੀ ਸੋਚ ਨੂੰ ਜੀ ਸਭ ਤੋਂ ਪਹਿਲੇ ਤੇ ਬਿਲਕੁਲ ਆਮਣੇ ਸਾਹਮਣੇ ਗੱਲ ਕੀਤੀ ਜਾਏਗੀ ਕਿ ਗੁਰੂ ਘਰ ਦੀ ਗੋਲਕ ਇਹ ਸਾਡੇ ਕੋਲ ਪਿਆ, ਇਹ ਸਾਡਾ ਫੰਡਸ ਪਿਆ। ਅਸੀਂ ਜਿਹੜੇ ਓਵਰ ਸਟਾਫ ਨੇ ਔਰ ਜੋ ਕਾਬਿਲ ਨਹੀਂ ਨੇ, ਕਿਉਂਕਿ ਜਿਹੜਾ ਕਾਬਿਲ ਨਹੀਂ ਹੋਏਗਾ ਉਹ ਰਿਸ਼ਵਤ ਦੇ ਕੇ ਹੀ ਸਕੂਲ 'ਚ ਆਇਆ ਹੋਏਗਾ, ਮੈਰਿਟ ਤੇ ਨਹੀਂ ਆਇਆ ਹੋਏਗਾ। ਅਸੀਂ ਉਹਨਾਂ ਨਾਲ ਬੈਠ ਕੇ ਪਾਲਿਸੀ ਆਫ ਰਿਟਰੈਂਚਮੈਂਟ ਤੇ ਕੰਮ ਕਰਾਂਗੇ ਕਿ ਨਹੀਂ ਠੀਕ ਹੈ, ਤੁਸੀਂ ਦੱਸੋ ਤੁਹਾਡੀ ਏਜ ਹੋ ਗਈ ਹੈ, ਲੈਟਸ ਗਿਵ ਚਾਂਸ ਟੂ ਯੰਗਸਟਰਸ, ਯੰਗ ਬੱਚਿਆਂ ਨੂੰ ਚਾਂਸ ਦੇਈਏ, ਉਹ ਨੌਕਰੀਆਂ ਕਰਨ। ਅੱਜ ਦਾ ਬੰਦਾ ਜਿਹਨੂੰ IT ਦੀ ਨੌਲੇਜ ਹੈ, ਜਿਹੜਾ ਆਨਲਾਈਨ ਪੜ੍ਹਾ ਸਕਦਾ, ਜਿਹੜਾ ਕੰਪਿਊਟਰ ਬੇਸਡ ਹੈ, ਗੱਲਬਾਤ ਕਰਕੇ ਓਵਰ ਸਟਾਫਿੰਗ ਘਟਾਈ ਜਾਏਗੀ, ਉਹਨਾਂ ਨੂੰ ਕੰਪਨਸੇਟ ਕਰਕੇ। ਐਵੇਂ ਨਹੀਂ ਕਿ ਉਹਨਾਂ ਨੂੰ ਬਾਹਰ ਕੱਢਤਾ, ਨਹੀਂ। ਇੱਕ ਇਨਕੁਆਇਰੀ ਪ੍ਰੋਪਰ ਅਸੀਂ ਕਰਨਾ ਚਾਹਾਂਗੇ ਜਿਹਦੇ 'ਚ ਕੱਢਿਆ ਜਾਵੇ ਕਿ ਇਹ ਸਟਾਫਿੰਗ ਕਿਵੇਂ ਹੋਈ। ਕਿਉਂਕਿ ਜਦ ਕਰਪਸ਼ਨ ਖੁੱਲ੍ਹੇਗੀ ਨਾ ਤੇ ਬਹੁਤ ਸਾਰੇ ਟੀਚਰ ਆਪਣੇ ਆਪ ਸਮਝ ਜਾਣਗੇ ਕਿ
ਇਹ ਸਾਡਾ ਅਸੀਂ ਪੈਸੇ ਦੇ ਕੇ ਬੜਿਆ ਸੀ, ਇਟਸ ਬਾਈ ਟਾਈਮ ਟੂ ਸੇ ਗੁੱਡ ਬਾਏ ਔਨ ਅ ਪੋਜ਼ਿਟਿਵ ਨੋਟ। ਉਹਦੇ 'ਚ ਇੱਕ ਤਾਂ ਤੁਹਾਡੀ ਜਦ ਓਵਰ ਸਟਾਫਿੰਗ ਘੱਟ ਜਾਏਗੀ, ਦੂਜਾ ਮੈਂ ਇੱਕ ਗੁਰੂ ਸਾਹਿਬ ਨੇ ਬਖਸ਼ਿਆ ਸੀ, ਮੈਂ ਇੱਕ ਨਾ ਟਰਬਨ ਰੀਯੂਜ਼ ਦਾ ਮੁਹਿੰਮ ਚਲਾਇਆ ਸੀ। ਹੁਣ ਸਾਡੇ ਘਰਾਂ ਦੇ ਅੰਦਰ ਮੈਂ ਗੱਲ ਸਕੂਲ ਨਾਲ ਜੋੜਾਂਗਾ ਜੀ। ਸਾਡੇ ਘਰਾਂ ਨਾ ਬਹੁਤ ਸਾਰੀਆਂ ਟਰਬਨ ਅਸੀਂ ਇਕੱਠੀ ਕਰ ਲੈਂਦੇ ਹਾਂ, ਵਿਆਹ ਸ਼ਾਦੀ ਫੰਕਸ਼ਨ ਹੁੰਦਾ, ਉਹ ਸ਼ੇਡਸ ਅਸੀਂ ਕਦੀ ਦੁਬਾਰਾ ਬੰਦੇ ਨਹੀਂ ਹੈਗੇ ਜੀ। ਕੋਈ 5 ਮੀਟਰ ਬੰਦਾ ਹੈ, ਕੋਈ 6 ਮੀਟਰ ਬੰਦਾ ਹੈ, ਕੋਈ 7 ਮੀਟਰ ਬੰਦਾ। ਸਾਡੇ ਬਹੁਤ ਸਕੂਲ ਜਿਹੜੇ ਐਸੀ ਜਗ੍ਹਾ ਤੇ ਹੈਗੇ ਨੇ ਜਿੱਥੇ ਬੱਚਿਆਂ ਕੋਲ ਪੱਗਾਂ ਦੇ ਉਹ ਪੈਸੇ ਨਹੀਂ ਹੁੰਦੇ, ਤੇ ਉਹ ਟਰਬਨ ਅਸੀਂ ਇਕੱਠੀਆਂ ਕੀਤੀਆਂ ਸਨ। ਜਿਵੇਂ ਮੈਂ ਕਈ ਮੇਰੀ ਕਾਰ 'ਚ ਨਾ ਮੈਂ 15-20 ਟਰਬਨਸ ਪੁਰਾਣੀਆਂ ਲੋਕਾਂ ਕੋਲ ਇਕੱਠੀ ਕਰਦਾ ਰਹਿੰਦਾ। ਕਈ ਵਾਰੀ ਉਹ ਮੈਟਰੋ ਸਟੇਸ਼ਨ ਮੈਟਰੋ ਬਣਨੀ ਨਹੀਂ ਹੁੰਦੀ ਜਾਂ ਬ੍ਰਿਜ ਬਣ ਰਿਹਾ ਹੁੰਦਾ, ਉਹਦੇ ਥੱਲੇ ਸਿਕਿਉਰਿਟੀ ਗਾਰਡ ਸਿੱਖ ਖੜੇ ਹੁੰਦੇ ਨੇ ਜੀ, ਉਹਨਾਂ ਦੀ ਪੱਗਾਂ ਵਿਚਾਰਿਆਂ ਦੀਆਂ ਬੜੀਆਂ ਗੰਦੀਆਂ ਹੋਈਆਂ ਹੁੰਦੀਆਂ ਨੇ। ਇੱਕ ਤਾਂ ਉਹ ਡਸਟ ਉੱਡ ਰਹੀ ਹੁੰਦੀ ਹੈ, ਤੇ ਕਈ ਵਾਰੀ ਪੁੱਛੋ ਨਾ, ਉਹ ਕਹਿੰਦੇ ਸਰ ਇਹ ਕੀ 2 ਹੀ ਪੱਗਾਂ ਨੇ, ਤੇ ਉਹਨਾਂ ਨੂੰ ਅਸੀਂ 2 ਪਗੜੀਆਂ ਫੜਾ ਦੇਈਆਂ ਨੇ। ਮੈਂ ਹੁਣ ਇਹ ਗੱਲ ਕਿਉਂ ਕਹੀ, ਸਕੂਲ 'ਚ ਕਿਉਂ ਕਹੀ? ਤੁਸੀਂ ਡੋਨੇਸ਼ਨ ਕਰਦੇ ਹੋ ਨਾ ਯਾਰ, 470 ਕਰੋੜ ਰੁਪਏ ਦਾ ਲੰਗਰ ਲਾਉਂਦੇ ਹੋਏ, ਚਲੋ ਇਹ ਕੋਵਿਡ ਨੂੰ ਛੱਡ ਦਿਓ, 3 ਨਗਰ ਕੀਰਤਨਾਂ ਵਿੱਚ ਆਲ ਓਵਰ ਦਿੱਲੀ, ਮੇਰੀ ਇਹ ਕੈਲਕੂਲੇਸ਼ਨ ਹੈ, ਸਾਰੇ ਸਟਾਲ ਦੀ ਕੈਲਕੂਲੇਸ਼ਨ ਕਰਕੇ 470 ਕਰੋੜ ਰੁਪਏ ਦਾ ਅਸੀਂ ਲੰਗਰ ਸੜਕਾਂ ਤੇ ਲੋਕਾਂ ਨੂੰ ਖਵਾਉਂਦੇ ਹਾਂ। 470 ਕਰੋੜ ਇਜ਼ ਲੋਟ ਆਫ ਮਨੀ। ਚਲੋ ਤੁਸੀਂ ਆਪਣੀ ਗੁਰੂ ਸਾਹਿਬ ਦੇ ਪਰਬ ਮਨਾਉਣੇ ਨੇ, ਮਨਾਓ, 170 ਕਰੋੜ ਲਾ ਲਓ ਯਾਰ, 300 ਕਰੋੜ ਬਚਦਾ। 300 ਕਰੋੜ ਦੇ ਅੰਦਰ ਮੈਂ ਹੁਣ ਤੁਹਾਨੂੰ ਸਵਾਲ ਪੁੱਛਣਾ, ਤੂੰ ਪੜ੍ਹਿਆ ਲਿਖਿਆ ਮੇਰਾ ਭਰਾ ਹੈ, ਕਿ ਕਿਆ 370 ਕਰੋੜ ਰੁਪਏ ਦੇ ਵਿੱਚ ਕਿਆ ਅਸੀਂ ਆਪਣੇ ਇੰਸਟੀਚਿਊਟ ਰਿਹੈਬਿਲਿਟ ਨਹੀਂ ਕਰ ਲਾਂਗੇ? 300 ਕਰੋੜ ਯਾਰ, ਇਟਸ ਲੋਟ ਆਫ ਮਨੀ ਕਿ ਨਹੀਂ ਹੁੰਦੀ? ਉਹ 300 ਕਰੋੜ ਵਿੱਚ ਮੈਂ ਤੁਹਾਨੂੰ ਇਹ ਕਹਿਣਾ, ਛੱਡ ਦੇ, ਮੈਨੂੰ ਛੱਡ ਦੇ, ਯੂ ਆਰ ਅ ਯੰਗਸਟਰ ਬॉय, ਕਿ ਯਾਰ ਇੱਕ ਕਾਲਜ ਦਿੱਤਾ ਤੈਨੂੰ 20 ਕਰੋੜ ਦਿੱਤਾ, ਜਸਟ ਐਸਟੈਬਲਿਸ਼ ਇਟ। ਇਜ਼ ਇਟ ਡਿਫਿਕਲਟ? ਕਿਆ ਅਸੀਂ ਬੱਚਿਆਂ, ਔਰ ਫੀਸ ਬਿਲਕੁਲ ਨਹੀਂ ਮਾਫ ਕਰਨੀ। ਮੇਰਾ ਮੰਨਣਾ ਹੈ ਜਿਹੜੇ ਸਕੂਲ ਫੀਸ ਮਾਫ ਕਰਦੇ ਨੇ ਉਹ ਬੱਚੇ ਕਦੀ ਵੀ ਕਾਬਲ ਨਹੀਂ ਹੁੰਦੇ, ਭਾਵੇਂ ਉਹ 5 ਰੁਪਏ ਫੀਸ ਦੇਣ, ਭਾਵੇਂ ਉਹ 50 ਰੁਪਏ। ਤੁਸੀਂ ਉਹਨਾਂ ਨੂੰ ਸਕਾਲਰਸ਼ਿਪ ਦੇ ਦਿਓ, ਇਕਨੋਮਿਕ ਵੀਕਰ ਸੈਕਸ਼ਨ ਦੀ ਸਕਾਲਰਸ਼ਿਪ ਦੇ ਦਿਓ, ਲੇਕਿਨ ਫੀਸ ਇੱਕ ਵਾਰ ਜ਼ਰੂਰ ਲਓ। ਔਰ ਉਹਨਾਂ ਦੇ ਪੇਰੈਂਟਸ ਦਾ ਇੱਕ ਉਹ ਚਾਰਟ ਬਣਾਓ। ਮਤਲਬ ਅਗਰ ਕਦੀ ਸੇਵਾ ਦਾ ਮੈਨੂੰ ਮੌਕਾ ਦਿੱਤਾ ਗੁਰੂ ਸਾਹਿਬ ਨੇ ਬਖਸ਼ੀ, ਤੇ ਮੈਂ ਇਕਨੋਮਿਕ ਚਾਰਟ ਬਣਾਵਾਂਗਾ, ਐਜੂਕੇਸ਼ਨ ਇਕਨੋਮਿਕ ਚਾਰਟ, ਕਿ ਇਹ ਆਟੋ ਵਾਲਿਆਂ ਦੇ ਬੱਚੇ ਨੇ, ਇਹ ਫਲਾਣਿਆਂ ਦੇ ਬੱਚੇ ਨੇ, ਟੈਕਨੀਕਲ ਕੋਰਸ ਲੈ ਕੇ ਆਵਾਂਗੇ। ਪੂਰੀ ਦੁਨੀਆ ਨੂੰ ਨਰਸਿਸ, ਡੈਂਟਲ ਟੈਕਨੀਸ਼ੀਅਨਸ, ਇਲੈਕਟ੍ਰੀਸ਼ੀਅਨਸ, ਪਲੰਬਰਸ ਦੀ ਲੋੜ ਹੈ, ਟਾਈਲਰਸ ਦੀ ਲੋੜ ਹੈ, ਕੁਕਸ, ਸ਼ੈਫਸ, ਬੇਕਰਸ ਦੀ ਲੋੜ ਹੈ। ਜ਼ਰੂਰੀ ਹੈ ਆਪਾਂ 10ਵੀਂ 11ਵੀਂ 12ਵੀਂ ਕਰਾਈ ਜਾਣੀ, 10ਵੀਂ ਤੋਂ ਬਾਅਦ ਡਿਪਲੋਮਾ ਸ਼ੁਰੂ ਕਰੋ, 11ਵੀਂ 12ਵੀਂ ਉਹਨਾਂ ਨੂੰ ਓਪਨ ਸਕੂਲ ਤੋਂ ਕਰਾਓ। ਇੱਕ ਬਿਲਡਿੰਗ ਬਣ ਜਾਂਦੀ ਹੈ ਵੀਰ, ਉਸ ਬਿਲਡਿੰਗ ਦੀ ਕਾਸਟ ਹੈਗੀ 20 ਕਰੋੜ ਜੀ। ਸਵੇਰੇ ਸਕੂਲ ਚਲਾਓ, 1 ਵਜੇ ਤੱਕ ਸਕੂਲ ਖਤਮ, 2 ਵਜੇ ਤੋਂ ਲੈ ਕੇ 6 ਵਜੇ ਤੱਕ ਉੱਥੇ ਟੈਕਨੀਕਲ ਕਾਲਜ ਚਲਾਓ, ਭਾਵੇਂ ਉਹੀ ਬੱਚਿਆਂ ਨੂੰ ਪੜਾਓ। ਜਿਹੜਾ ਲੰਗਰ ਅਸੀਂ ਸੜਕਾਂ ਤੇ 300 ਕਰੋੜ ਦਾ ਖਰਚ ਰਿਹਾ, ਉਹ ਲੰਗਰ ਉਹਨਾਂ ਨੂੰ ਦੇ ਦਿਓ ਨਾ ਬੱਚਿਆਂ ਨੂੰ, 2 ਮੀਲਸ ਦੇ ਦਿਓ, ਕੀ ਫਰਕ ਪੈਂਦਾ ਯਾਰ? 2 ਪ੍ਰਸ਼ਾਦੇ, ਜਰਾ ਜੀ ਲੱਸੀ, ਮਰ ਚੱਲੇ ਆ। ਐਂਡ ਆਈ ਕੈਨ ਵਾਚ ਫॉर ਇਟ। ਬਹੁਤ ਸਾਰੇ ਲੋਕ ਹੋਣਗੇ ਜਿਹੜੇ ਸਕੂਲ ਅਡਾਪਟ ਕਰ ਲੈਣਗੇ, ਠੀਕ ਹੈ ਵੀਰ ਜੀ, ਮਹੀਨੇ ਦਾ ਲੰਗਰ ਮੇਰੇ ਵੱਲੋਂ, ਅਗਲੇ ਮਹੀਨੇ ਦਾ ਮੇਰੇ। 12 ਲੰਗਰ, 12 ਸਿੰਘ ਇਕੱਠੇ ਕਰਨੇ ਔਨ ਐਨ ਐਵਰੇਜ ਆਫ ਲੱਖ ਰੁਪਏ ਦਾ ਲੰਗਰ ਜਾਂ 2 ਲੱਖ ਰੁਪਏ ਦਾ ਲੰਗਰ ਬਹੁਤ ਮਿਲ ਜਾਣਗੇ। ਜਦ ਉਹ ਬੱਚਾ ਐਕੈਡੈਮਿਕਲੀ ਔਰ ਟੈਕਨੀਕਲੀ ਸਟਰੋਂਗ ਹੋ ਜਾਏਗਾ, ਤੁਹਾਨੂੰ ਲੱਗਦਾ ਹੈ ਸਾਡੇ ਉਹ ਬੱਚਿਆਂ ਨੂੰ ਇੰਪਲੋਇਮੈਂਟ ਦੀ ਲੋੜ ਨਹੀਂ ਹੋਏਗੀ, ਮਤਲਬ ਇੰਪਲੋਇਮੈਂਟ ਮੰਗਣੀ ਪਏਗੀ, ਉਹ ਗਲੋਬਲ ਸਿਟੀਜ਼ਨ ਬਣਨਗੇ। ਤਾਂ ਇਹ ਸਿਸਟਮ ਮੈਂ ਅਗਰ ਸਾਡੀ ਪਾਵਰ ਆਉਂਦੀ, ਅਸੀਂ ਇਹ ਚੇਂਜ ਕਰਾਂਗੇ। ਦੂਜਾ, ਗੁਰੂ ਘਰ ਦੀ ਸਾਰੀ ਜਿਹੜੀ ਮਾਇਆ ਇਕੱਠੀ ਹੁੰਦੀ ਹੈ, ਉਹ ਇੱਕ ਦਿਨ ਗਿਣੀ ਜਾਂਦੀ ਹੈ ਜੀ, ਉਹ ਉਸੀ ਵਕਤ ਜਿੱਥੇ ਗਿਣੀ ਜਾਂਦੀ ਹੈ। ਲੈਟਸ ਸੇ ਗੁਰਦੁਆਰਾ ਬੰਗਲਾ ਸਾਹਿਬ ਗੋਲਕ ਗਿਣੀ ਜਾ ਰਹੀ ਹੈ, ਰਕਾਬਗੰਜ ਸਾਹਿਬ ਗਿਣੀ ਜਾ ਰਹੀ ਹੈ, ਬਾਲਾ ਸਾਹਿਬ ਗਿਣੀ ਜਾ ਰਹੀ ਹੈ, ਸੀਸਗੰਜ ਸਾਹਿਬ ਗਿਣੀ ਜਾ ਰਹੀ ਹੈ, ਉਸੇ ਦਿਨ ਆਨਲਾਈਨ ਆ ਜਾਏ ਵੀ ਇੰਨੇ ਨੋਟ ਸਨ, ਇੰਨੇ ਸਿੱਕੇ ਸਨ, ਇੰਨੇ ਉਹ ਸੀ, ਇੰਨਾ ਫਲਾਣਾ ਸੀ। ਔਰ ਹਰ ਹਫਤੇ ਜਿੰਨੀਆਂ ਰਸੀਦਾਂ ਕੱਟੀਆਂ ਜਾਣੀਆਂ, ਉਹ ਰਸੀਦਾਂ ਸਭ ਆਨਲਾਈਨ ਆ ਜਾਣ। ਆਈ ਡੋਂਟ ਥਿੰਕ ਕੋਈ ਬਹੁਤ ਜ਼ਿਆਦਾ ਕਰਪਸ਼ਨ ਦਾ ਉਹ ਰਹਿ ਜਾਏਗਾ। ਸਰਕਾਰਾਂ ਨਾਲ ਗੱਲ ਕੀਤੀ ਜਾਏ, ਐਸੇ ਸਿੰਘ ਲੱਭੇ ਜਾਣ ਜਿਹੜੇ ਕਹਿਣ ਕਿ ਗੁਰਦੁਆਰਾ ਬੰਗਲਾ ਸਾਹਿਬ ਦਾ ਉਹ ਤਿਆਰ ਨੇ ਕਿ ਗੁਰਦੁਆਰਾ ਬੰਗਲਾ ਸਾਹਿਬ ਦੀ ਸਾਰੀ ਬਿਜਲੀ ਦਾ ਬਿੱਲ ਅਸੀਂ ਦਾਂਗੇ। ਕਿੰਨਾ ਅੱਛਾ ਹੋ ਗਿਆ ਨਾ, ਉਹਨਾਂ ਨੇ ਇਹ ਲੱਗੇਗਾ ਮੇਰਾ ਘਰ, ਮੇਰਾ ਜਿਹੜਾ ਪੈਸਾ ਗੁਰੂ ਘਰ ਦੀ ਗੋਲਕ 'ਚ ਗਿਆ ਉਹ ਮਿਸਯੂਜ਼ ਨਹੀਂ ਹੋਇਆ। ਜਿਵੇਂ ਡਾਇਰੈਕਟਲੀ ਤੁਸੀਂ ਪੇ ਦਿੱਤਾ ਬਿਜਲੀ ਦਾ ਜੀ, ਮੈਂ ਜਿੰਮਾ ਲੈ ਲਿਆ ਜੀ, ਜਿੰਨੀ ਗੈਸ ਦਾ ਬਿੱਲ ਗੁਰਦੁਆਰਾ ਬੰਗਲਾ ਸਾਹਿਬ ਆ ਰਿਹਾ, ਅਸੀਂ 5 ਸਿੱਖ ਇਕੱਠੇ ਹੋਏ, ਦੱਸੋ ਜੀ ਕਿੰਨਾ ਆਉਂਦਾ? ਕਹਿੰਦੇ ਜੀ 50,000 ਆਉਂਦਾ। ਠੀਕ ਹੈ ਯਾਰ, 10,000 ਪਾਏ, 50,000 ਰੁਪਏ ਦੀ ਗੈਸ ਲੱਗਦੀ ਹੈ ਲੰਗਰ ਤੇ, ਡਾਇਰੈਕਟ ਦਿੱਤੀ। ਕਰਪਸ਼ਨ ਦੇ ਐਵਨਿਊਜ਼ ਖਤਮ ਕਰ ਦਾਂਗੇ ਨਾ, ਕਰਪਸ਼ਨ ਦੇ ਐਵਨਿਊਜ਼ ਖਤਮ ਕਰਨੇ ਬਹੁਤ ਜ਼ਰੂਰੀ ਨੇ। ਸੋ ਕੋਈ ਔਖਾ ਨਹੀਂ ਹੈ, ਦੇਖੋ ਜੇ ਨੀਅਤ ਸਾਫ਼ ਹੋਏ ਨਾ, ਕੋਈ ਔਖਾ ਨਹੀਂ ਹੈ। ਤੇ ਵੀਰ ਜੀ, 2 ਮੇਰੇ ਲਾਸਟ ਕੁਐਸਚਨ ਨੇ। ਇੱਕ ਤੁਹਾਡੇ ਵਿੱਚੋਂ ਕੁਐਸਚਨ ਤੁਸੀਂ ਕਿਹਾ ਸੰਗਤ ਚੁਣ ਕੇ ਭੇਜੇਗੀ ਕੈਂਡੀਡੇਟ,
ਸੰਗਤ ਤੁਹਾਨੂੰ ਕਿਵੇਂ ਅਪਰੋਚ ਕਰੇਗੀ ਟੂ ਬੀ ਔਨ ਪ੍ਰੈਕਟੀਕਲ ਨੋਟ, ਕਿਵੇਂ ਸੰਗਤ ਤੁਹਾਨੂੰ ਚੁਣ ਕੇ ਦੇਗੀ ਕੈਂਡੀਡੇਟ, ਤੇ ਕੀ ਤੁਹਾਨੂੰ ਕੁਝ ਕੈਂਡੀਡੇਟ ਸੰਗਤ ਨੇ ਦਿੱਤੇ ਹਜੇ ਤੱਕ, ਉਹ ਮੈਂ ਜ਼ਰੂਰ ਚਾਹਾਂਗਾ ਤੁਸੀਂ ਸੰਗਤ ਨੂੰ ਇੱਕ ਵਾਰੀ ਦੱਸੋ। ਦੇਖੋ ਵੀਰ, ਸੰਗਤ ਕੀ ਕਰ ਰਹੀ ਹੈ, ਅਸੀਂ ਨਾ ਵਾਰਡ ਟਾਈਮ ਮੀਟਿੰਗਸ ਕਰ ਰਹੇ ਹਾਂ ਤੇ ਉਹ ਸੰਗਤ ਉੱਭਰ ਕੇ ਆ ਰਹੀ ਹੈ ਕਿ ਜਿਹਦੇ ਜਿਵੇਂ ਇੱਕ ਜਗ੍ਹਾ ਹਾਲੇ ਮੈਂ ਨਾਮ ਡਿਕਲੇਅਰ ਨਹੀਂ ਕਰ ਸਕਦਾ ਕਿਉਂਕਿ ਕੁਝ ਕੈਂਡੀਡੇਟ ਦਾ ਬਿਲਕੁਲ ਫਾਈਨਲ ਹਾਲੇ ਹੋਣਾ, ਔਰ ਫਿਰ ਕੀ ਹੁੰਦਾ, ਨਾਂ ਡਿਕਲੇਅਰ ਕਰ ਦੋ ਤੇ ਦੂਜੀ ਪਾਰਟੀ ਵਾਲੇ ਪਹੁੰਚ ਕੇ ਉਹਨੂੰ ਨਾ ਹਾਈਜੈਕ ਕਰ ਲੈਂਦੇ ਨੇ, ਕਿਉਂਕਿ ਸਾਡੇ ਕੋਲ ਪੈਸੇ ਨਹੀਂ ਹੈਗੇ, ਉਹਨਾਂ ਕੋਲ ਪੈਸੇ ਬਹੁਤ ਨੇ, ਤੇ ਅਸੀਂ ਤੇ ਮਤਲਬ ਤੁਹਾਡੇ ਕੋਲ ਵੀ ਹੁਣ ਜਾਣ ਵੇਲੇ ਮੰਗ ਲਾਂਗਾ ਕਿ ਦੇ ਕੇ ਜਾਓ ਸਾਨੂੰ। ਸੰਗਤ ਦੋ ਕੈਂਡੀਡੇਟ ਦਿੰਦੀ ਹੈ, ਫਿਰ ਅਸੀਂ ਦੋਨਾਂ ਨੂੰ ਬਿਠਾ ਦਿੰਦੇ ਹਾਂ ਵੀ ਤੁਹਾਡੇ ਦੋਨਾਂ 'ਚ ਇੱਕ ਹੀ ਲੜ ਸਕਦਾ, ਆਪਸ ਵਿੱਚ ਰਾਏ ਕਰ ਲਓ ਸੰਗਤ ਦੇ ਵਿੱਚ। ਫਿਰ ਉਸ ਤੋਂ ਬਾਅਦ ਇਹ ਨਹੀਂ ਹੈਗਾ ਕਿ ਇੱਕ ਦੂਜੇ ਨੂੰ ਤੁਸੀਂ, ਕਿਉਂਕਿ ਜੇ ਤੁਸੀਂ ਗੁਰੂ ਨੂੰ ਪਿਆਰ ਕਰਦੇ ਹੋ ਤੇ ਉਸ ਤਰ੍ਹਾਂ ਉਹ ਲੋਕ ਨਿਕਲ ਕੇ ਆ ਰਹੇ। ਕੁਝ ਵਾਰਡਸ ਵਿੱਚ ਗਏ ਹਾਂ ਅਸੀਂ, ਭਾਵੇਂ ਉੱਤਮ ਨਗਰ ਵਾਰਡ ਹੈ, ਪਟੇਲ ਨਗਰ ਵਾਰਡ ਹੈ, ਰਿੰਦਰ ਨਗਰ ਵਾਰਡ ਹੈ, ਯਮਨਾ ਪਾਰ ਦਾ ਵਾਰਡ ਹੈ, ਸੰਗਤ ਰੂਪੀ ਆਪਣੇ ਉਹ ਦੋ, ਕਿਸੇ ਜਗ੍ਹਾ ਤਿੰਨ ਕੈਂਡੀਡੇਟ ਵੀ ਆਏ ਨੇ ਔਰ ਤਿੰਨੋਂ ਹੀ ਕਮਾਲ ਦੇ ਨੇ। ਹੁਣ ਤਿੰਨਾਂ 'ਚੋਂ ਕਿਵੇਂ ਲੱਭੋਗੇ, ਬੜਾ ਔਖਾ ਹੈ। ਹੁਣ ਮੈਂ ਤੇ ਯਮਨਾ ਪਾਰ ਰਹਿੰਦਾ ਨਹੀਂ, ਮੇਰਾ ਉੱਥੇ ਆਣਾ ਜਾਣਾ ਵੀ ਓਡਾ ਨਹੀਂ ਹੈਗਾ ਜਿੰਨਾ ਮੇਰਾ ਇਸ ਇਲਾਕੇ 'ਚ ਹੋਏਗਾ, ਤਿਲਕ ਨਗਰ, ਪਟੇਲ ਨਗਰ ਤੱਕ ਸਮਝ ਲਓ, ਜਾਂ ਹੇਮਕੁੰਟ ਕਾਲੋਨੀ ਤੱਕ ਚਲਾ ਗਿਆ। ਪਰ ਸਾਕੇਤ ਵਿੱਚ ਲੱਭਣਾ, ਮੈਂ 2 ਜਾਂ 5 ਜਾਂ 10 ਬੰਦਿਆਂ ਨੂੰ ਜਾਣਦਾ ਹਾਂ, ਕਿਉਂਕਿ ਅਸੀਂ ਰਿਵਾਇਤੀ ਪਾਰਟੀ ਨਹੀਂ ਹੈਗੇ ਜਿਨ੍ਹਾਂ ਦਾ ਇਨਫਰਾਸਟ੍ਰਕਚਰ 20-30 ਸਾਲ ਪੁਰਾਣਾ। ਔਰ ਇਹ ਲੋਕ ਤਾਂ ਵੈਸੇ ਵੀ ਇੱਕ ਦੂਜੇ ਨੂੰ ਇੰਨੀ ਅੱਛੀ ਤਰ੍ਹਾਂ ਜਾਣਦੇ ਨੇ। ਜਿਹੜਾ ਕੱਲ ਬਾਦਲ ਸਾਹਿਬ ਦੇ ਗਰੁੱਪ ਤੋਂ ਲੜ ਰਿਹਾ ਸੀ, ਕੱਲ ਰਾਤੀ ਗਾਲ ਕੱਢ ਰਿਹਾ ਸੀ, ਸਵੇਰੇ ਉਹਨੇ ਸਰਨਾ ਸਾਹਿਬ ਦਾ ਸਰੋਪਾ ਪਾਇਆ ਹੋਇਆ, ਤੇ ਇਹਨੇ ਸਰਨਾ ਸਾਹਿਬ ਦਾ ਸਰੋਪਾ ਪਾਇਆ ਸੀ, ਉਹਨੇ ਮਨਜੀਤ ਜੀ ਕੇ ਦਾ ਸਰੋਪਾ ਪਾਇਆ, ਮਤਲਬ ਸਰੋਪਾ ਨਹੀਂ, ਸੌਰੀ, ਉਹ ਬੈਨਰ ਵਾਲਾ ਪਾਇਆ। ਸੋ ਇਹ ਇੱਕ ਦੂਜੇ ਨੂੰ ਬਹੁਤ ਜਾਣਦੇ ਨੇ। ਅਸੀਂ ਉਹਨਾਂ 'ਚ ਲੱਭ ਹੀ ਨਹੀਂ ਰਹੇ, ਅਸੀਂ ਉਹ ਸੰਗਤ ਦੇ ਰਹੀ ਹੈ। 3 ਕੈਂਡੀਡੇਟ ਵੀ ਇੱਕ ਜਗ੍ਹਾ ਸਾਡੇ ਕੋਲ ਉੱਭਰ ਕੇ ਆਏ ਨੇ, ਉਹ ਤਿੰਨਾਂ 'ਚੋਂ ਫਿਰ 2 ਤੇ ਗੱਲ ਹੋਈ ਉਹਨੇ, ਅੱਛਾ ਜਿਹਨੇ ਕੀਤਾ ਨਾ ਉਹਨੇ ਵੋਲੰਟਰੀ ਕੀਤਾ। ਸਾਡੇ ਨਾਲ ਤਾਂ ਇੱਕ ਪ੍ਰੋਬਲਮ ਹੋਰ ਹੋਈ ਹੈ ਇਲਾਕੇ 'ਚ, ਇੱਕ ਬਹੁਤ ਅੱਛਾ ਕੈਂਡੀਡੇਟ ਸੀ, ਅਸੀਂ ਉਹਨੂੰ ਅਪਰੋਚ ਕੀਤਾ ਵੀ ਤੂੰ ਸੰਗਤ ਵੱਲੋਂ ਵੀ ਐਕਸੈਪਟੇਬਲ ਹੈ, ਇੱਕ ਇਹ ਵੀ ਪ੍ਰੋਬਲਮ ਹੈ, ਚੰਗੇ ਲੋਕ ਆਉਣਾ ਨਹੀਂ ਚਾਹੁੰਦੇ, ਇਸ ਕਰਕੇ ਜਿਹੜੇ ਬਹੁਤ ਵਧੀਆ ਬੰਦਿਆਂ ਦੇ ਘਰ ਅਸੀਂ ਜਾ ਕੇ ਕਿਹਾ ਵੀ ਹੈ ਕਿ ਤੁਸੀਂ ਇਲਾਕੇ ਜਾਣੇ ਵੀ ਜਾਂਦੇ ਹੋ, ਤੁਹਾਡੇ 'ਚ ਕੌਮੀ ਦਰਦ ਵੀ ਹੈ, ਤੁਸੀਂ ਕੀਰਤੀ ਸਿੱਖ ਵੀ ਹੋ, ਪੂਰੀ ਆਸ ਹੈ ਤੁਸੀਂ ਗੁਰੂ ਘਰ ਦੀ ਗੋਲਕ ਨਹੀਂ ਖਾਓਗੇ, ਮਿਸਯੂਜ਼ ਨਹੀਂ ਕਰੋਗੇ, ਤੁਸੀਂ ਆ ਜਾਓ। ਉਹ ਕਹਿੰਦੇ ਮੈਂ ਵੈਸੇ ਹੀ ਸੇਵਾ ਕਰਾਂਗਾ। ਇੱਕ ਸਾਡੀ ਇਹ ਵੀ ਪ੍ਰੋਬਲਮ ਹੈ ਕਿਉਂਕਿ ਸਿਸਟਮ ਇੰਨਾ ਗੰਦਾ ਹੋ ਚੁੱਕਾ, ਲੋਕ ਡਰਦੇ ਨੇ, ਔਰ ਵਾਕਈ ਗੰਦਾ ਹੈ। ਮੈਂ ਪਹਿਲੇ ਨਹੀਂ ਵੜਿਆ ਸੀ, ਔਰ ਸੱਚ ਅੱਛੀ ਗੱਲ ਹੈ ਕਿ ਮੈਂ ਖੁਦ ਇਲੈਕਸ਼ਨ ਨਹੀਂ ਲੜਨਾ ਸੀ ਪਹਿਲੇ ਦਿਨ ਤੋਂ ਹੀ, ਇਹ ਨਹੀਂ ਕਿ ਹੁਣ ਮੈਂ, ਪਹਿਲੇ ਦਿਨ ਤੋਂ ਹੀ ਅਨਾਉਂਸ ਸੀ ਮੇਰਾ। ਪਰ ਵਾਕਈ ਯਾਰ ਬੜਾ ਔਖਾ ਹੈ, ਇਹ ਕਿਵੇਂ ਚੋਰੀ ਕਰ ਲੈਂਦੇ ਨੇ, ਬੜਾ ਤਗੜਾ ਜ਼ਮੀਰ ਹੈ, ਜ਼ਮੀਰ ਨਹੀਂ ਕਹਾਂਗਾ, ਬੜੀ ਢੀਠ ਲੋਕ ਨੇ। ਗੁਰੂ ਘਰ ਦੀ ਗੋਲਕ ਖਾ ਲੈਣਗੇ, ਹੱਸ ਲੈਣਗੇ, ਪੈਸੇ ਖਾ ਲੈਣਗੇ, ਸ਼ਰਾਬ ਵੀ ਪੀ ਲੈਣਗੇ। ਸੋ ਮੁਸ਼ਕਿਲ ਹੈ, ਬੜਾ ਮੁਸ਼ਕਿਲ ਹੈ। ਲੇਕਿਨ ਕੈਂਡੀਡੇਟ ਆ ਰਹੇ ਨੇ। ਥੋੜ੍ਹਾ ਟਾਈਮ ਇਸ ਵਾਸਤੇ ਵੀ ਸਾਨੂੰ ਲੱਗਿਆ, ਜਿਵੇਂ ਮੈਂ ਬਾਰ-ਬਾਰ ਕਹਿ ਰਿਹਾ, ਟਾਈਮ ਸਾਨੂੰ ਥੋੜ੍ਹਾ ਮਿਲਿਆ ਇਲੈਕਸ਼ਨ ਨੂੰ ਅਗਰ ਪੂਰਾ ਦੇਖਿਆ ਜਾਏ। ਇਹ ਪੂਰਾ ਨਾ 4, 5, 6 ਸਾਲ ਦਾ ਪ੍ਰੋਸੈਸ ਹੈ, ਲੇਕਿਨ ਇਹ ਤਿਆਰੀ ਹੈਗੀ ਬੇਸਿਕਲੀ। ਇਸ ਵਾਰੀ ਜਿੰਨੇ ਦਈਏ ਉਹ ਜਿੱਤ ਕੇ ਆਉਣ ਔਰ ਉਹ ਆ ਕੇ ਗੁਰੂ ਘਰ 'ਚ ਚੇਂਜ ਦੀ ਗੱਲ ਕਰਨ, ਇਹ ਸੋਚ ਨਾਲ ਚੱਲ ਰਿਹਾ। ਤੇ ਵੀ ਜੀ ਇੱਕ ਕੁਐਸਚਨ, ਇਹ ਲਾਸਟ ਕੁਐਸਚਨ ਹੈ ਮੇਰਾ, ਕਿ ਹਰ ਪਾਰਟੀ ਕਹਿ ਰਹੀ ਹੈ ਕਿ ਸਾਡੀ ਪਾਰਟੀ ਨੇ ਇਹ ਕੰਮ ਕੀਤਾ, ਇਹ ਵਾਲੀ ਪਾਰਟੀ ਵੀ ਕਹਿ ਰਹੀ ਹੈ ਅਸੀਂ ਹਸਪੀਟਲ ਬਣਾਤਾ, ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਉਹ ਕਹਿ ਰਹੇ ਨੇ ਕਿ ਅਸੀਂ ਕੀਤੀਆਂ। ਕੀ ਤੁਹਾਨੂੰ ਲੱਗਦਾ ਹੈ ਕਿ ਉਹ ਸਭ ਕੰਮ ਵੀ ਨਹੀਂ ਹੋਏ? ਕਿ ਤੁਸੀਂ ਨਵੀਂ ਪਾਰਟੀ ਲੈ ਕੇ ਆਏ ਹੋ, ਕੀ ਲੱਗ ਰਿਹਾ ਕਿ ਉਹ ਸਭ ਕੰਮ ਵੀ ਜਿਹੜੇ ਉਹ ਕਹਿ ਰਹੇ ਨੇ ਕਿ ਅਸੀਂ ਕੀਤੇ ਸੀ, ਹਰ ਇੱਕ ਪਾਰਟੀ ਕਹਿ ਰਹੀ ਹੈ, ਉਹ ਵੀ ਕੰਮ ਨਹੀਂ ਹੋਏ? ਕੰਮ ਜਿਹੜੇ ਹੋਏ ਨੇ ਉਹ ਸੰਗਤ ਨੂੰ ਨਜ਼ਰ ਆਉਂਦੇ ਨੇ, ਉਹ ਦੱਸਣੇ ਨਹੀਂ ਪੈਂਦੇ। ਸਚਿਨ ਤੰਦੂਲਕਰ ਨੇ ਇੱਕ ਜਗ੍ਹਾ ਕਿਹਾ ਸੀ, ਮਾਈ ਬੈਟ ਵਿਲ ਡੂ ਦੀ ਟਾਕਿੰਗ। ਡਾਕਟਰ ਮਨਮੋਹਨ ਸਿੰਘ ਜੀ ਨੇ ਕਿਹਾ ਕਿ ਹਿਸਟਰੀ ਵਿਲ ਜੱਜ ਮੀ ਬੈਟਰ। ਨੇਤਾ ਸੁਭਾਸ਼ ਚੰਦਰ ਬੋਸ ਨੇ ਇੱਕ ਬਿਆਨ 'ਚ ਕਿਹਾ ਸੀ ਕਿ ਦੀ ਹਿਸਟਰੀ ਵਿਲ ਨਾਟ ਬੀ ਕਰੂਅਲ ਟੂ ਮੀ। ਜਿਹਨੇ ਕੰਮ ਕੀਤਾ ਹੁੰਦਾ ਨਾ, ਉਹ ਕਦੀ ਦੱਸਦਾ ਨਹੀਂ ਹੈ ਕਿ ਮੈਂ ਕੀਤਾ। ਮੈਂ ਇੱਕ ਪਹਿਲੀ ਗੱਲ ਤੇ ਤੁਸੀਂ ਕੀ ਕੰਮ ਕੀਤਾ? ਸੌਰੀ, ਤੁਸੀਂ ਕੋਈ ਅਹਿਸਾਨ ਕੀਤਾ? ਤੁਹਾਨੂੰ ਚੁਣਿਆ ਕਿਸ ਵਾਸਤੇ ਗਿਆ ਸੀ? ਪਹਿਲੀ ਗੱਲ ਤੇ ਇਸ ਗੱਲ ਦਾ ਕੀ ਕ੍ਰੈਡਿਟ ਕੀ ਲੈਣਾ ਕਿ ਜੀ ਮੈਂ ਹਸਪੀਟਲ ਬਣਾ ਦਿੱਤਾ, ਜੀ ਮੈਂ ਲੰਗਰ ਲਾ ਦਿੱਤੇ, ਜੀ ਮੈਂ ਫਲਾਣੀ ਦੀ ਬੇਲ ਕਰਾ ਦਿੱਤੀ। ਇਟਸ ਯੋਰ ਜੋਬ। ਮਤਲਬ ਤੁਸੀਂ ਘਰ ਜਾ ਕੇ ਕਹੋ ਆਪਣੇ TV ਚੈਨਲ ਦੇ ਮਾਲਕ ਨੂੰ ਕਿ ਮੈਂ ਅੱਜ ਇੰਟਰਵਿਊ ਲੈ ਆਇਆ, ਇਟਸ ਯੋਰ ਜੋਬ ਯਾਰ। ਮੈਂ ਅਗਰ ਕਹਾਂ ਕਿ ਆਮ ਅ ਲਾਇਰ, ਮੈਂ ਆਈ ਗॉट ਯੂ ਬੇਲ, ਇਟਸ ਯੋਰ ਜੋਬ, ਯੂ ਆਰ ਬੀਇੰਗ ਪੇਡ ਫॉर दैट, ਰਾਈਟ? ਮੈਂ ਆਈ ਹੈਵ ਵੋਲੰਟੀਅਰਡ, ਮੈਂ ਵੋਲੰਟੀਅਰ ਕੀਤਾ ਕਿ ਮੈਂ ਗੁਰੂ ਘਰ ਦੀ ਸੇਵਾ ਕਰਾਂ। ਬਹੁਤ ਵਧਾਈ ਹੈ ਜਿਨ੍ਹਾਂ ਨੇ ਕੀਤਾ। ਆਈ ਐਮ ਨਾਟ ਇਨਟੂ ਨੈਗੇਟਿਵ ਪੋਲਿਟਿਕਸ। ਕਮਾਲ ਹੈ ਜੋ ਕਰ ਰਹੇ ਹੋ, ਅੱਛਾ ਕਰ ਰਹੇ ਹੋ, ਭਾਵੇਂ ਤੁਸੀਂ ਜਿਸ ਵੀ ਪਾਰਟੀ ਦੇ ਹੋ, ਕਮਾਲ ਹੈ। ਪਰ ਉਹਦਾ ਅਨਡਿਊ ਕ੍ਰੈਡਿਟ ਨਾ ਲਓ। ਅੱਜ ਇੱਕ ਬੇਲ ਹੁੰਦੀ ਹੈ, ਇੱਕ ਜ਼ਮਾਨਤ, ਉਹਦੇ 4 ਦਾਅਵੇਦਾਰ ਨੇ। ਨਵਦੀਪ ਕੌਰ ਦੀ ਜ਼ਮਾਨਤ ਦੇ 4 ਦਾਅਵੇਦਾਰ,
ਜਿਹੜੇ ਸਿੰਘ ਪਹਿਲੇ ਹੋਏ ਉਹਦੇ 5 ਦਾਅਵੇਦਾਰੀ ਬੰਦ, ਸੇਵਾ ਕੰਮ ਹੈ। ਤੁਸੀਂ ਕਦੀ ਇਹ ਕਿਹਾ ਝਾੜੂ ਮੈਂ ਲਾਇਆ, ਲੰਗਰ ਮੈਂ ਪਕਾਇਆ, ਪ੍ਰਸ਼ਾਦ। ਹੁਣ ਕੋਈ ਇਹਦਾ ਇਹ ਮਤਲਬ ਹੋ ਗਿਆ ਕਿ ਤੁਸੀਂ ਗੁਰੂ ਘਰ ਜਾਓਗੇ, ਤੁਸੀਂ ਮੈਰਿਡ ਹੋ ਨਹੀਂ, ਜਾਂ ਤੁਹਾਡੇ ਮਦਰ ਜਾਣਗੇ ਲੰਗਰ ਬਣਾ ਕੇ, ਜੀ ਅੱਜ ਮੈਂ ਪ੍ਰਸ਼ਾਦੇ ਬਣਾ ਕੇ ਆਈ ਹਾਂ, ਮਤਲਬ ਯੂ ਵਿਲ ਟੈਲ ਗੁਰੂ ਸਾਹਿਬ ਕਿ ਮੈਂ ਅੱਜ ਤੁਹਾਡੇ ਲੰਗਰ ਦੇ ਪ੍ਰਸ਼ਾਦੇ ਬਣਾਏ ਨੇ। ਹਾਊ ਚੀਪ ਇਟ ਇਜ਼। ਸੇਵਾ ਤਾਂ ਤੁਹਾਨੂੰ ਮੌਕਾ ਦਿੱਤਾ ਹੈ, ਤੁਸੀਂ ਸੇਵਾ ਕਰ ਰਹੇ ਹੋ। ਤੁਹਾਡੀ ਮਦਰ ਕਹੇ ਬੇਟਾ ਅੱਜ ਮੈਂ ਤੇਰੇ ਵਾਸਤੇ ਰੋਟੀ ਬਣਾਈ ਹੈ, ਹਾਊ ਵਿਲ ਯੂ ਫੀਲ? ਇਹ ਸਾਡੀ ਡਿਊਟੀ ਹੈ, ਅਸੀਂ ਕੋਈ ਆਸਾਨ ਨਹੀਂ ਕੀਤਾ, ਔਰ ਅਸੀਂ ਕਹਿ ਕੇ ਆਏ ਸੀ ਅਸੀਂ ਇਹ ਕੰਮ ਕਰਾਂਗੇ। ਹਾਂ, ਤੁਸੀਂ ਕੰਮ ਕੀਤਾ, ਹੱਲਾਸ਼ੇਰੀ ਆ, ਐਨਕਰੇਜਮੈਂਟ ਬਿਲਕੁਲ ਕੌਮ ਸਾਨੂੰ ਹੀ ਦੇਣੀ ਚਾਹੀਦੀ ਹੈ ਜੇ ਜਿੰਨੇ ਵੀ ਕੰਮ ਕੀਤਾ, ਬਟ ਕਿਸ ਕੌਸ ਤੇ ਕੀਤਾ ਹੈ ਬੜਾ ਇੰਪੋਰਟੈਂਟ ਹੈ। ਲੈਟਸ ਸੇ ਤੁਸੀਂ ਇੱਕ ਹਸਪੀਟਲ ਬਣਾਇਆ, ਲੈਟਸ ਸੇ ਤੁਸੀਂ ਇੱਕ ਸਕੂਲ ਬਣਾਇਆ, ਤੁਸੀਂ ਪੈਸੇ ਖਾ ਗਏ, ਤੁਸੀਂ ਕੌਮ ਵੇਚਤੀ, ਤੁਸੀਂ ਕੌਮ ਦੇ ਸਪਿਰਿਚੁਅਲ ਇੰਟਰਸਟ ਕੰਪਰੋਮਾਈਜ਼ ਕਰਤੇ, ਤੁਸੀਂ ਕਮਿਊਨਿਟੀ ਨੂੰ ਵੇਚਤਾ, ਤੁਸੀਂ ਇਲੈਕਸ਼ਨ ਲੜਨ ਵਾਸਤੇ ਬੇਸ ਬਣਾ ਲਿਆ। ਤਾਂ ਕੋਈ ਟਾਈਮ ਹੁੰਦਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਨੂੰ ਮਿਲਣ ਲਈ ਇੰਡੀਆ ਦਾ ਪ੍ਰਾਈਮ ਮਿਨਿਸਟਰ ਟਾਈਮ ਮੰਗਦਾ ਸੀ। ਅੱਜ ਸਾਡੇ ਜਥੇਦਾਰ ਸੋ ਕਾਲਡ ਚੀਫ ਮਿਨਿਸਟਰ ਦੇ ਪੈਰਾਂ 'ਚ ਡਿੱਗਦੇ ਨਜ਼ਰ ਆਉਂਦੇ ਨੇ। ਪਾਤਸ਼ਾਹੀ ਬਖਸ਼ੀ ਸੀ ਦਸਮ ਪਿਤਾ ਨੇ, ਨੌਕਰ ਬਣ ਗਏ। ਲੜਾਈ ਇਹ ਹੈ, ਇੰਡੀਵਿਜੂਅਲੀ ਮੇਰੀ ਲੜਾਈ ਇਹ ਹੈ ਕਿ ਜੋ ਸਾਡਾ ਸਟੇਟਸ ਸੀ ਨਾ ਜਥੇਦਾਰੀ ਦਾ, ਐਕਚੁਅਲ ਜਥੇਦਾਰੀ ਦਾ ਜੋ ਸਾਡਾ ਸਟੇਟਸ ਸੀ ਕਿ ਸਾਨੂੰ, ਕਿਉਂਕਿ ਅੱਛਾ ਤੁਸੀਂ ਕਦੀ ਵੀ ਕਿਸੇ ਪੋਲੀਟੀਕਲ ਲੀਡਰ ਦੇ ਪੈਰਾਂ 'ਚ ਕੱਟ ਪੈਂਦੇ ਜਾਂ ਤੁਹਾਡਾ ਪਰਸਨਲ ਇੰਟਰਸਟ ਹੋਵੇ। ਇੱਕ ਮੂਵੀ ਡਾਇਲੌਗ ਹੈ, ਮੁਝ ਮੇਂ ਹੈ ਦਮ ਕਿਉਂਕਿ ਮੇਰੀ ਜ਼ਰੂਰतें ਹੈ ਕਮ। ਅਜੇ ਦੇਵਗਨ ਨੇ ਇੱਕ ਪਿਕਚਰ ਵਿੱਚ ਕਿਹਾ ਸੀ ਸਿੰਘਮ ਵਿੱਚ। ਇਹ ਬੜਾ ਲਾਗੂ ਹੁੰਦਾ ਹੈ। ਜੇ ਤੁਹਾਨੂੰ ਕੋਈ ਇੰਟਰਸਟ ਨਹੀਂ ਹੋਏਗਾ ਨਾ ਕਿ ਮੈਂ ਚੇਅਰਮੈਨ ਬਣਨਾ ਹੈ ਜਾਂ ਮੈਂ ਜੀ ਕੰਟਰੈਕਟ ਲੈਣੇ ਨੇ ਜਾਂ ਮੈਂ ਐਕਸਪੋਰਟ ਕਰਨਾ ਹੈ ਜਾਂ ਇੰਪੋਰਟ ਕਰਨਾ ਹੈ, ਤੇ ਤੁਹਾਨੂੰ ਹੋਏਗਾ ਜੋ ਹੈ ਬਹੁਤ ਹੈ। ਜੇ ਮੈਂ ਗੁਰੂ ਘਰ ਦੀ ਸੇਵਾ 'ਚ ਆ ਗਿਆ ਤੇ ਮੈਨੂੰ ਯੂਜ਼ ਨਹੀਂ ਕਰਨਾ, ਤੁਹਾਨੂੰ ਕਿਸੇ ਪ੍ਰਾਈਮ ਮਿਨਿਸਟਰ ਦੀ ਲੋੜ ਨਹੀਂ ਹੈ, ਕਿਸੇ ਚੀਫ ਮਿਨਿਸਟਰ ਦੀ ਲੋੜ ਨਹੀਂ, ਉਹ ਤੁਹਾਡੇ ਕੋਲ ਆਉਣਗੇ। ਸਿੱਖ ਦਾ ਤੇ ਉਹ ਸੀ, ਸਿੱਖਾਂ ਕੋਲ ਐਕਚੁਅਲੀ ਆਉਂਦੇ ਹੁੰਦੇ ਸਨ, ਮੈਂ ਖੁਦ ਦੇਖੇ ਨੇ, ਅਪਾਇੰਟਮੈਂਟਸ ਲੈਂਦੇ ਹੁੰਦੇ ਸਨ। ਅੱਜ ਸਿੱਖ ਦੁਆਰ ਤੇ ਖੜਾ ਹੈ, ਆਈਏ ਸਰ ਮੁਝੇ ਬੁਲਾ ਲੀਜੀਏ। ਸੋ ਅਸੀਂ ਆਪਣਾ ਲੈਵਲ ਥੱਲੇ ਗੁਰਾਇਆ। ਤੁਹਾਡਾ ਕੁਐਸਚਨ, ਜਿਨ੍ਹਾਂ ਨੇ ਜੋ ਕੰਮ ਕੀਤੇ ਨੇ 20 ਸਾਲਾਂ 'ਚ ਅਗਰ ਧਿਆਨ ਨਾਲ ਦੇਖੋ, ਅਸੀਂ ਜ਼ਿਆਦਾ ਗੁਰਦੁਆਰਾ ਸਾਹਿਬ ਗਵਾਏ ਨੇ, ਭਾਵੇਂ ਉਹ ਸਿੱਕਿਮ ਦਾ ਗੁਰਦੁਆਰਾ ਹੋਵੇ, ਭਾਵੇਂ ਹਰਿਦੁਆਰ ਤੇ ਹਰਤੀ ਪੌੜੀ ਦਾ ਗੁਰਦੁਆਰਾ ਹੋਵੇ, ਭਾਵੇਂ ਉਹ ਜਗਨਨਾਥਪੁਰੀ 'ਚ ਗੁਰੂ ਨਾਨਕ ਸਾਹਿਬ ਦਾ ਸਥਾਨ ਹੋਵੇ। ਸਾਡੇ ਸਾਰੇ ਸਾਇਲੈਂਟ ਰਹੇ ਨੇ, ਡਰਦੇ ਨੇ, ਕਿਉਂਕਿ ਮੌਕੇ ਦੀ ਜਿਹੜੀ ਪਾਵਰ 'ਚ ਸਰਕਾਰ ਹੈ ਉਹ ਨਾਰਾਜ਼ ਨਾ ਹੋ ਜਾਏ। ਸੋ ਜ਼ਮੀਰ ਵੇਚ ਕੇ ਅਗਰ ਪੋਲੀਟਿਕਸ ਕੀਤੀ ਤੇ ਆਈ ਡੋਂਟ ਥਿੰਕ ਇਟਸ ਪੋਲੀਟਿਕਸ। ਗੁਰੂ ਘਰ ਦੀ ਕਾਦੀ ਪੋਲੀਟਿਕਸ? ਸੇਵਾ ਡਜ਼ਨਟ ਨੀਡ ਪੋਲੀਟਿਕਸ। ਇਹੀ ਮੈਂ ਕਰਨਾ ਚਾਹਾਂਗਾ ਜੀ। ਸੋ ਇਹ ਸਨ ਜੀ ਸਰਦਾਰ ਤਜਿੰਦਰਪਾਲ ਸਿੰਘ ਜੀ ਨਲਵਾ, ਪੰਥਕ ਅਕਾਲੀ ਲਹਿਰ ਤੋਂ, ਜਿਨ੍ਹਾਂ ਨੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ। ਆਓ ਵੀਰ ਜੀ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।